ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਕਿ ਅਡਾਨੀ ਤੇ ਅੰਬਾਨੀ ਨੂੰ ਪੰਜਾਬ ਦੇ ਵਿੱਚ ਕੌਣ ਲੈ ਕੇ ਆਇਆ, ਇਹਨਾਂ ਦੇ ਕਾਰੋਬਾਰ ਪੰਜਾਬ 'ਚ ਪ੍ਰਫੁੱਲਤ ਕਿੱਦਾਂ ਹੋਏ, ਕਿਵੇਂ ਇਹਦੇ ਵਿੱਚ ਸਿਆਸੀ ਭਾਈਵਾਲੀ ਜਿਹੜੀ ਆ ਉਹ ਵੀ ਚਰਚਾ ਦੇ ਵਿੱਚ ਰਹਿੰਦੀ ਆ। ਅੱਜ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਅਡਾਨੀ ਦੇ ਕੁਝ ਪ੍ਰੋਜੈਕਟ ਜਿਹੜੇ ਨੇ ਉਹ ਕਹਿੰਦੇ ਪੰਜਾਬ ਦੇ ਵਿੱਚ, ਜਿਵੇਂ ਖੁਸ਼ਕ ਬੰਦਰਗਾਹ ਦੀ ਪਿੱਛੇ ਜੇ ਖਬਰ ਆਈ ਸੀ, ਹੋਰ ਵੀ ਖਬਰਾਂ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਹੱਥ ਪਿੱਛੇ ਖਿੱਚੇ ਜਾ ਰਹੇ ਨੇ। ਸਿਆਸੀ ਪਾਰਟੀਆਂ ਦੇ ਸਵਾਲ ਉੱਠਦੇ ਨੇ, ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਾਰੋਬਾਰ ਆਖਿਰਕਾਰ ਸਿਆਸਤ ਦੇ ਨਾਲ ਜੁੜ ਕੇ ਕਿਸ ਤਰ੍ਹਾਂ ਵੱਧ ਫੁੱਲ ਰਿਹਾ, ਤੇ ਇਹਦੇ ਵਿੱਚ ਜਿਹੜੇ ਗੱਲ ਕਰਦੇ ਨੇ ਕਿ ਰੁਜ਼ਗਾਰ ਮਿਲੇਗਾ, ਰੁਜ਼ਗਾਰ ਬਣੇਗਾ, ਨੌਜਵਾਨਾਂ ਨੂੰ ਜਿਹੜਾ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਹੁਣ ਜੇ ਬੰਦਰਗਾਹ ਬੰਦ ਹੁੰਦੀ ਆ ਜਾਂ ਹੋਰ ਵੀ ਇਹਨਾਂ ਦੇ ਕਾਰੋਬਾਰ ਪੰਜਾਬ 'ਚ ਬੰਦ ਹੁੰਦੇ ਨੇ ਤਾਂ ਉਹਦੇ ਨਾਲ ਜਿਹੜੇ ਕਈ ਲੋਕ, ਜਿਹੜੇ ਕਈ ਘਰ ਨੇ ਉਹ ਬੇਰੁਜ਼ਗਾਰੀ ਦੇ ਆਲਮ ਵਿੱਚ ਜਾਣਗੇ। ਪਰ ਇਹਨਾਂ ਨੂੰ ਇਹ ਸਾਰਾ ਕੁਝ ਜਿਹੜਾ ਆ ਪੰਜਾਬ ਦੇ ਵਿੱਚ ਆਉਣ ਦੇ ਲਈ ਰਾਹ ਕਿਹਨੇ ਦਿਖਾਇਆ, ਜਿਹੜੇ ਵੱਡੇ ਵੱਡੇ ਸਬਜ਼ ਬਾਗ ਦਿਖਾਉਂਦੇ ਸੀ ਸਿਆਸਤਦਾਨ, ਉਹਨਾਂ ਸਾਰਿਆਂ ਬਾਰੇ ਗੱਲਬਾਤ ਕਰਾਂਗੇ। ਇਕੱਲੇ ਕੈਪਟਨ ਸਰਕਾਰ ਦੇ ਰਾਜ ਵਿੱਚ ਨਹੀਂ, ਪਿਛਲੀ ਸਰਕਾਰ ਅਕਾਲੀ ਭਾਜਪਾ ਦੀ ਸਰਕਾਰ ਸੀ, ਉਹਨਾਂ ਦੀ ਵੀ ਗੱਲ ਕਰਾਂਗੇ ਕਿ ਉਦੋਂ ਕਿਸ ਤਰ੍ਹਾਂ ਦੇ ਪ੍ਰੋਜੈਕਟ ਸਾਈਨ ਹੁੰਦੇ ਰਹੇ ਤੇ ਉਹਨਾਂ ਦੇ ਵਿੱਚ ਕਿੱਦਾਂ ਪੰਜਾਬ ਜਾਂ ਪੰਜਾਬ ਦਾ ਸਰਮਾਇਆ ਉਹ ਵੱਜਿਆ ਜਾਂਦਾ ਰਿਹਾ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਤੱਕ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਸੁਖਵਿੰਦਰ ਜੀ। ਸਮਦ ਸਾਹਿਬ, ਕਿੱਦਾਂ ਦੇਖਦੇ ਹੋ ਅਡਾਨੀ ਦਾ ਪੰਜਾਬ ਦੇ ਵਿੱਚ ਆਉਣਾ? ਹੁਣ ਖਬਰਾਂ ਜਿਹੜੀਆਂ ਲਗਾਤਾਰ ਨਵੀਂ ਤੋਂ ਨਵੀਂ ਸਾਹਮਣੇ ਆਉਂਦੀ ਅੰਦੋਲਨ ਕਰਕੇ ਕਿ ਹੁਣ ਉਹ ਪੰਜਾਬ ਵਿੱਚੋਂ ਵਾਪਸੀ ਕਰ ਰਹੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ, ਤੇ ਤੁਹਾਡੇ ਕੋਲੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਅਡਾਨੀ ਜਾਂ ਅੰਬਾਨੀ ਜਾਂ ਹੋਰ ਪ੍ਰਾਈਵੇਟ ਅਦਾਰੇ ਜਿਹੜੇ ਨੇ ਪੰਜਾਬ ਨੂੰ ਖੁਸ਼ਹਾਲ ਕਰਨ ਦੀਆਂ ਗੱਲਾਂ ਕਰਦੇ ਸੀ, ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਏ ਤੇ ਸਿਆਸਤ ਕਿੱਦਾਂ ਕੰਮ ਕੀਤੀ? ਮੈਂ ਆਪਣੀ ਗੱਲ ਸ਼ੁਰੂ ਕਰੂੰਗਾ ਇੱਕ ਇਹ ਕਹਿੰਦੇ ਹੋਏ ਕਿ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣੀ ਸੀ, ਉਹ ਚੋਣ ਪ੍ਰਚਾਰ ਵਿੱਚ ਲੱਗਿਆ ਹੋਇਆ ਸੀ। ਉਹ ਜਿਹੜੇ ਲਗਾਤਾਰ 3 ਮਹੀਨੇ ਜਹਾਜ਼ ਦੀ ਵਰਤੋਂ ਕੀਤੀ, ਉਹ ਗੌਤਮ ਅਡਾਨੀ ਦਾ ਜਹਾਜ਼ ਸੀ। ਗੌਤਮ ਅਡਾਨੀ ਨਾਲ ਹੀ ਬੈਠਾ ਹੁੰਦਾ ਸੀ ਮੋਦੀ ਦੇ। ਤੇ ਉਹ ਸਾਰਾ ਹੁਣ ਤੁਸੀਂ ਦੇਖ ਲਓ ਵੀ ਕਿਸਾਨ ਅੰਦੋਲਨ ਅੱਜ 9 ਮਹੀਨੇ ਪੂਰੇ ਕਰਕੇ 10ਵੇਂ ਮਹੀਨੇ ਨੂੰ ਵੀ ਪੂਰਾ ਕਰਨ ਦੇ ਨੇੜੇ ਲੱਗ ਰਿਹਾ, ਤੇ ਲੜਾਈ ਸਾਡੀ ਏਡੀ ਕੁ ਵੱਡੀ ਮੋਦੀ ਸਰਕਾਰ ਨਾਲ ਚੱਲ ਰਹੀ ਆ, ਓਡੀ ਕੁ ਵੱਡੀ ਹੀ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਦੇ ਨਾਲ ਵੀ ਚੱਲ ਰਹੀ ਆ। ਬਰਾਬਰ ਆ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਹਮੇਸ਼ਾ ਵੈਲਕਮ ਕਿਹਾ ਜਾਊਗਾ, ਪਰ ਜੇ ਕਾਰਪੋਰੇਟ ਘਰਾਣੇ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨ ਲਈ ਵਚਨਬੱਧ ਹੋਣਗੇ। ਮੇਰੇ ਯਾਦ ਹੈ ਜਦੋਂ ਬਿਰਲਾ ਸਾਹਿਬ ਦੀ ਡੈਥ ਹੁੰਦੀ ਆ, ਉਹਨਾਂ ਦਾ ਬੇਟਾ ਗੱਦੀ ਤੇ ਬੈਠਦਾ, ਤਾਂ ਬਿਰਲਾ ਸਾਹਿਬ ਦੀ ਚਿੱਠੀ ਆਪਣੇ ਬੇਟੇ ਨੂੰ ਮਿਲਦੀ ਆ, ਇੱਕ ਪਿਤਾ ਨੂੰ ਲਿਖੀ ਹੋਈ ਚਿੱਠੀ ਇੱਕ ਬੇਟੇ ਨੂੰ। ਇਹ ਦੁਨੀਆ ਦੇ ਵਿੱਚ ਜਿਹੜੀਆਂ ਸਭ ਤੋਂ ਮਸ਼ਹੂਰ ਚਿੱਠੀਆਂ ਨੇ ਉਹਨਾਂ ਵਿੱਚ ਇੱਕ ਚਿੱਠੀ ਆਉਂਦੀ ਆ। ਉਹਨਾਂ ਨੇ ਆਪਣੇ ਬੇਟੇ ਨੂੰ ਇਹੀ ਲਿਖਿਆ ਸੀ ਕਿ ਬੇਟਾ, ਜੇ ਮੈਂ ਤੈਨੂੰ ਐਡਾ ਵੱਡਾ ਖਜ਼ਾਨਾ ਛੱਡ ਕੇ ਗਿਆ, ਇਹ ਤੇਰੇ ਲਈ ਨਹੀਂ ਹੈਗਾ, ਤੇਰੇ ਲਈ ਤਾਂ ਉਹੀ 2 ਰੋਟੀਆਂ ਨੇ, ਰਹਿਣ ਨੂੰ ਤੇਰੇ ਕੋਲ ਆਲੀਸ਼ਾਨ ਬੰਗਲਾ ਹੈਗਾ, ਕਾਰ ਹੈਗੀ ਆ, ਪਰ ਆਪਣੀ ਭੁੱਖ ਨਾ ਵਧਾਈ। ਇਹ ਜਿਹੜਾ ਪੈਸਾ ਮਿਲਿਆ ਇਹ ਜ਼ਿੰਮੇਵਾਰੀ ਲੈ ਕੇ ਆਇਆ, ਇਹ ਆਮ ਲੋਕਾਂ ਦੀ ਸੇਵਾ ਲਈ, ਉਹਨਾਂ ਨੂੰ ਸਹੂਲਤਾਂ ਦੇਣ ਲਈ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਆਇਆ। ਇਹ ਉਹ ਕੰਮ ਕਰ ਸਕੇਗਾ ਲੋਕ ਤੈਨੂੰ ਵਾਹ ਵਾਹ ਕਰਨਗੇ, ਤੇਰੇ ਬਾਪ ਵਾਂਗੂ ਯਾਦ ਰੱਖਣਗੇ, ਨਹੀਂ ਇਹੀ ਲੋਕ ਤੁਹਾਡੇ ਪੈਰਾਂ ਥੱਲੋਂ ਕਦੋਂ ਪਾਏਦਾਨ ਖਿੱਚ ਲੈਣਗੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਇਸੇ ਗੱਲ ਨੂੰ ਮੈਂ ਜਮਸ਼ੇਦਜੀ ਰਾਓ ਟਾਟਾ ਦੀ ਗੱਲ ਦੱਸਣਾ ਚਾਹੁੰਦਾ ਕਿ ਜਮਸ਼ੇਦ ਟਾਟਾ ਇੱਕ ਐਸਾ ਇਨਸਾਨ ਸੀ ਜਿਸਨੇ ਮਜ਼ਦੂਰਾਂ ਦੇ ਲਈ ਸਕੂਲ ਬਣਾਏ, ਰਹਾਇਸ਼ੀ ਘਰ ਬਣਾਏ, ਹਸਪਤਾਲ ਬਣਾਏ, ਪੈਨਸ਼ਨਾਂ ਚਲਾਈਆਂ, ਮੈਡੀਕਲ ਸਹੂਲਤਾਂ ਦਿੱਤੀਆਂ। ਉਸ ਦੇ ਮਾਡਲ ਨੂੰ ਦੇਖ ਕੇ ਯੂਰੋਪੀਅਨ ਵਪਾਰੀਆਂ ਨੇ ਇਹ ਪੂਰੇ ਦਾ ਪੂਰਾ ਮਾਡਲ ਅਪਣਾਇਆ। ਮਤਲਬ ਕਿ ਕਿਰਤੀਆਂ ਨੂੰ ਜਦੋਂ ਜਦੋਂ ਵੀ ਇਹਨਾਂ ਲੋਕਾਂ ਨੇ, ਵਪਾਰੀਆਂ ਨੇ ਫਾਇਦਾ ਦਿੱਤਾ ਤਾਂ ਕਿਰਤੀ ਉਹਦੇ ਨਾਲ ਵੀ ਖੜੇ ਨੇ, ਕਿਰਤੀ ਉਹਦਾ ਧੰਨਵਾਦ ਵੀ ਕਰਦੇ ਨੇ। ਪਰ ਜੇ ਵਪਾਰੀ ਹਿਟਲਰ ਬਣ ਕੇ ਜਾਂ ਮਸਲੋਨੀ ਬਣ ਕੇ ਕਿਰਤੀਆਂ ਦਾ ਖੂਨ ਚੂਸਣ ਦੀ ਕੋਸ਼ਿਸ਼ ਕਰਨਗੇ ਤਾਂ ਕਿਰਤੀਆਂ ਨੇ ਮਾਰਕਸ ਬਣ ਕੇ, ਭਗਤ ਸਿੰਘ ਬਣ ਕੇ, ਬੰਦਾ ਸਿੰਘ ਬਹਾਦਰ ਬਣ ਕੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਹੈਗਾ। ਇਤਿਹਾਸ ਇਹਨਾਂ ਸਬੂਤਾਂ ਦੇ ਨਾਲ ਭਰਿਆ ਪਿਆ। ਹੁਣ ਗੱਲ ਆ ਜਾਓ ਤੁਸੀਂ ਅਡਾਨੀ ਦੀ ਕਰ ਲਓ, ਅੰਬਾਨੀ ਦੀ ਗੱਲ ਆਪਾਂ ਫੇਰ ਕਰਾਂਗੇ। ਅੰਬਾਨੀ ਜਿੰਨਾ ਵੀ ਕੰਮ ਕਰਦੇ ਨੇ ਉਹ ਲੀਗਲੀ ਬਹੁਤ ਸਟਰੋਂਗ ਹੋ ਕੇ ਕਰਦੇ ਨੇ। ਇੱਕ ਗੱਲ ਯਾਦ ਰੱਖਿਓ, ਅਡਾਨੀ ਇਹ ਕੰਮ ਬਹੁਤ, ਜਿਵੇਂ ਇੱਕ ਛੋਟਾ ਵਪਾਰੀ ਨਹੀਂ ਕਰਦਾ ਹੁੰਦਾ ਜੂਆਖਾਨਾ ਚਲਾਉਣ ਵਾਲਾ, ਵੀ ਜੁਗਾੜ ਵੀ ਕਰ ਲਓ, ਦੇਖੀ ਜਾਓ ਅੱਗੇ ਜਾ ਕੇ ਕੀ ਹੁੰਦਾ। ਇਹਦਾ ਕੰਮ ਕਰਨ ਦਾ ਤਰੀਕਾ ਉਹ ਆ। ਇਹਨੇ ਜਦੋਂ ਇਹ 2007 ਵਿੱਚ ਕੰਪਨੀ ਹਿੰਦੁਸਤਾਨ ਦੀ ਧਰਤੀ ਉੱਤੇ ਦਿਖਦੀ ਹੈਗੀ ਆ, ਉਸ ਤੋਂ ਪਹਿਲਾਂ ਅੰਬਾਨੀ ਕਿਤੇ ਨਹੀਂ ਸੀ ਹੈਗਾ। ਅਚਾਨਕ ਇਹਨਾਂ ਨੂੰ ਬੰਦਰਗਾਹਾਂ ਮਿਲਦੀਆਂ ਨੇ।
2007 ਤੱਕ ਕਾਂਗਰਸ ਦੀ ਸੱਤਾ ਸੀ, ਉਦੋਂ ਤੱਕ ਇਹ ਜਨਮ ਲੈਂਦੇ ਰਹੇ ਹਿੰਦੁਸਤਾਨ 'ਚ। 2008 ਤੋਂ 2007 ਤੋਂ ਹੀ ਸੁਖਬੀਰ ਬਾਦਲ ਮੇਰੇ ਹਿਸਾਬ ਨਾਲ ਕੀ ਕਹਿੰਦੇ ਨੇ 17 ਤੱਕ 10 ਸਾਲ ਬਾਦਲਾਂ ਦਾ ਰਾਜ ਰਿਹਾ ਹੈਗਾ। ਉਸੇ ਸਮੇਂ ਦੇ ਵਿੱਚ ਅਡਾਨੀਆਂ ਨੇ ਪੰਜਾਬ ਦੇ ਵਿੱਚ ਪੈਰ ਪਸਾਰੇ ਨੇ। ਹੁਣ ਮੈਂ ਤੁਹਾਨੂੰ ਲੈ ਕੇ ਜਾਊਂਗਾ 2013 ਦੀ ਇੱਕ ਐਗਜ਼ਾਮਪਲ ਵੱਲ। 2013 ਗੁਜਰਾਤ ਵਿੱਚ ਜਾਵਾਂਗੇ, ਜਿੱਥੇ ਭਾਜਪਾ ਦਾ ਰਾਜ ਆ ਮੁੱਢ ਕਦੀਮੀ ਤੋਂ ਹੀ ਕਹਿ ਲਓ। ਹੁਣ ਤਾਂ ਇੰਨਾ ਲੰਬਾ ਰਾਜ ਹੋ ਗਿਆ ਉਹਨਾਂ ਦਾ ਵੀ, ਕਾਂਗਰਸ ਦਾ ਰਾਜ ਕਦੋਂ ਸੀ ਹੁਣ ਤਾਂ ਯਾਦ ਵੀ ਨਹੀਂ ਰਹਿੰਦਾ ਹੈਗਾ। ਉਸ ਵੇਲੇ ਬਿਜਲੀ ਦੇ ਵੰਡ ਦੇ ਟੈਂਡਰ ਨਿਕਲਦੇ ਨੇ। ਬਿਜਲੀ ਦੇ ਵੰਡ ਦੇ ਸਭ ਤੋਂ ਵੱਡੇ ਟੈਂਡਰ ਜਿਹੜੇ ਨੇ ਉਹ ਗੁਜਰਾਤ ਸਰਕਾਰ, ਜਿਹੜਾ ਪਾਵਰ ਵਿਤਰਣ ਕਾਰਪੋਰੇਸ਼ਨ ਹੁੰਦਾ, ਉਹ ਅਡਾਨੀ ਵਾਲਿਆਂ ਨੂੰ ਦੇ ਦਿੰਦਾ। ਹਾਲਾਂਕਿ ਜਿਹੜੇ ਛੋਟੇ ਸਰਮਾਏਦਾਰ ਸੀ, ਛੋਟੇ ਵਪਾਰੀ ਸੀ ਬਿਜਲੀ ਵਿੱਚ, ਲੋਕਲ ਵਪਾਰੀ ਸੀ, ਉਹ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਤਿਆਰ ਸੀਗੇ ਔਰ ਬਿਨਾਂ ਕਿਸੇ ਕੱਟ ਤੋਂ ਲੰਬੀ ਬਿਜਲੀ ਦੇਣ ਲਈ ਤਿਆਰ ਸੀ, ਖਾਸ ਕਰਕੇ ਕਿਸਾਨਾਂ ਨੂੰ। ਪਰ ਅਡਾਨੀ ਮਹਿੰਗੀ ਬਿਜਲੀ ਦਾ ਕੋਟ ਸੀ ਔਰ ਪੂਰੀ ਬਿਜਲੀ ਨਾ ਦੇਣ ਦੀ ਵਚਨ ਸੀ ਕਿ ਮੇਰੇ ਤੋਂ ਪੂਰੀ 24 ਘੰਟੇ ਨਹੀਂ ਦੇ ਹੋਊਗੀ, ਮੈਂ ਦਊਂਗਾ ਪਰ ਉਨੀ ਦਊਂਗਾ ਜਿੰਨੀ ਦੇ ਸਕਦਾ ਔਰ ਮਹਿੰਗੀ ਦਊਂਗਾ। ਹੈਰਾਨੀ ਦੀ ਗੱਲ ਆ ਕਿ 2013 ਚ ਗੁਜਰਾਤ ਸਰਕਾਰ ਨੇ ਉਹ ਵਪਾਰੀਆਂ ਦੇ ਟੈਂਡਰਾਂ ਨੂੰ ਕਿਨਾਰੇ ਤੇ ਕਰ ਦਿੱਤਾ ਤੇ ਅਡਾਨੀ ਨੂੰ ਅੱਗੇ ਲਿਆ ਕੇ ਬਿਠਾ ਦਿੱਤਾ। ਤੇ ਸ਼ੁਰੂ ਕੀ ਹੁੰਦਾ ਹੈ, ਲੋਕਾਂ ਦੀ ਲੁੱਟ ਸ਼ੁਰੂ ਹੁੰਦੀ ਹੈ, ਉਹਨਾਂ ਨੂੰ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ। ਗੁਜਰਾਤ ਦੇ ਲੋਕ ਇਸ ਅਡਾਨੀ ਦੇ ਪਹਿਲਾ ਸ਼ਿਕਾਰ ਹੁੰਦੇ ਨੇ, ਜਿਹੜਾ ਕਿ ਮੋਦੀ ਦਾ ਸਭ ਤੋਂ ਵੱਧ ਨੇੜੇ ਦਾ ਬੰਦਾ, ਤੇ ਮੋਦੀ ਨੇ ਗੁਜਰਾਤੀਆਂ ਨੂੰ ਹੀ ਸਭ ਤੋਂ ਪਹਿਲਾਂ ਲੁੱਟਣਾ ਸ਼ੁਰੂ ਕੀਤਾ। ਸੋ ਅੱਜ ਜਿਹੜੀ ਉਹ ਆਪਣੀ ਪੰਜਾਬੀ ਵਿੱਚ ਬੋਲੀ ਆਉਂਦੀ ਹੈ ਨਾ ਕਿ ਲੈਲਾ ਥਾਣੇਦਾਰੀ, ਆਪਾਂ ਲੋਕਾਂ ਨੂੰ ਕੁੱਟਾਂਗੇ, ਕਿ ਉਹ ਥਾਣੇਦਾਰ ਜਦੋਂ ਬਣਦਾ ਸਭ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਹੀ ਕੁੱਟਦਾ ਹੈਗਾ। ਸੋ ਮੋਦੀ ਨੇ ਸਭ ਤੋਂ ਪਹਿਲਾਂ ਆਪਣੇ ਥਾਣੇਦਾਰ ਅਡਾਨੀ ਤੋਂ ਗੁਜਰਾਤੀ ਕੁੱਟਵਾਏ। ਹੁਣ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀਆਂ ਦੀ ਸਰਕਾਰ ਚੱਲ ਰਹੀ ਹੈ। 2015 ਦੇ ਵਿੱਚ ਇਹਨਾਂ ਦਾ ਸਮਝੌਤਾ ਹੁੰਦਾ ਕਿ ਇਹ ਉੱਥੇ ਆ ਕੇ ਅਨਾਊਂਸਮੈਂਟ ਕਰਦੇ ਨੇ ਆਪਣਾ। 15 ਵਿੱਚ ਹੀ ਇਹਨੇ ਸੁਖਬੀਰ ਬਾਦਲ ਨੇ ਵੱਡੇ ਵੱਡੇ ਅਦਾਰਿਆਂ ਦੇ ਨਾਲ ਸ਼ੁਰੂ ਕੀਤੇ ਸੀ ਸਮਝੌਤੇ ਕਰਨੇ ਕਿ ਮਹਿੰਗੀ ਬਿਜਲੀ ਹੋ, ਚਾਹੇ ਉਹ LNT ਹੈਗਾ, ਨਾਭਾ ਥਰਮਲ ਕਾਰਪੋਰੇਸ਼ਨ ਹੈ ਨਾ, ਹੋਰ ਵੀ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ। ਅਡਾਨੀ ਨੇ ਵੀ ਅਨਾਊਂਸ ਕੀਤਾ ਸੀਗਾ। ਅਡਾਨੀ ਨੇ ਮਤਲਬ ਇੰਨਾ ਕੁ ਵੱਡੀ ਅਨਾਊਂਸਮੈਂਟ ਕੀਤੀ ਸੀ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਇਹਨੇ 3700 ਕਰੋੜ ਦਾ ਪਾਵਰ ਪਲਾਂਟ ਪੰਜਾਬ ਦੇ ਵਿੱਚ ਲਾਉਣ ਦਾ ਅਨਾਊਂਸ ਕੀਤਾ ਸੀ। ਇਹ ਉਸੇ ਸਮੇਂ ਦੀ ਗੱਲ ਕਰਦਾ, ਮੋਹਾਲੀ ਵਿੱਚ ਜਦੋਂ ਫੋਰਟਿਸ ਵਾਲੇ ਉਹਨਾਂ ਨੇ ਭਰਾਵਾਂ ਨੇ ਕਿਹਾ ਸੀ ਅਸੀਂ 2100 ਕਰੋੜ ਦਾ ਲਾਵਾਂਗੇ, ਵੱਡੀਆਂ ਵੱਡੀਆਂ, ਲੇਕਿਨ ਆਇਆ ਕੋਈ ਨਹੀਂ ਹੈਗਾ ਪੰਜਾਬ ਦੇ ਵਿੱਚ। ਲੇਕਿਨ ਅਡਾਨੀ ਨੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਬਾਦਲਾਂ ਦੀ ਸ਼ਹਿਰ ਦੇ ਉੱਪਰ ਬਠਿੰਡਾ ਵਿੱਚ ਲਾਇਆ। ਬਠਿੰਡਾ ਵਿੱਚ ਉਹ ਓਨਾ ਹੀ ਵੱਡਾ ਲੱਗਿਆ ਹੋਇਆ ਤੇ ਤੁਸੀਂ ਉਹਦਾ ਉਦਘਾਟਨ ਵੀ ਸੁਖਬੀਰ ਬਾਦਲ ਨੇ ਕੀਤਾ ਸੀ। ਸਰਦਾਰਗੜ੍ਹ ਚੁੱਗੇ ਕਲਾਂ ਬਠਿੰਡਾ ਵਿੱਚ ਲੱਗਿਆ ਹੋਇਆ। 640 ਕਰੋੜ ਦੀ ਇਨਵੈਸਟਮੈਂਟ ਹੋਈ ਸੀ। 100 ਮੈਗਾਵਾਟ ਦਾ ਉਹ ਪਲਾਂਟ ਹੈਗਾ। ਅਡਾਨੀ ਗ੍ਰੀਨ ਐਨਰਜੀ ਕੋਲੇ ਹੈਗਾ। ਇਹ 2016 ਵਿੱਚ ਹੋਇਆ ਸੀ। ਸੋ 2013 ਦੇ ਵਿੱਚ ਉਹਨੇ ਪਹਿਲਾਂ ਗੁਜਰਾਤ ਲੁੱਟਿਆ। ਗੁਜਰਾਤ ਪਹਿਲਾਂ ਗਜਨੀ ਵੀ ਲੁੱਟ ਕੇ ਗਿਆ ਸੀ ਤੇ ਹੁਣ ਇਹ ਅਡਾਨੀ ਲੁੱਟ ਰਹੇ ਨੇ। ਹਿੰਦੁਸਤਾਨ ਦੇ ਭਗਤ ਗਜਨੀ ਨੂੰ ਤਾਂ ਗਾਲਾਂ ਕੱਢੀ ਜਾਂਦੇ ਨੇ, ਪਰ ਉਹਨਾਂ ਨੂੰ ਜਿਹੜਾ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਆਪਣੇ ਹੀ ਗਜਨੀ ਬੈਠੇ ਨੇ ਉਹ ਨਹੀਂ ਦਿਖਾਈ ਦੇ ਰਹੇ। ਸੋ ਪੰਜਾਬ ਨੂੰ ਇਹਨਾਂ ਨੇ ਲੁਟਵਾਇਆ ਔਰ ਬਾਦਲਾਂ ਨੇ ਰਲ ਕੇ ਲੁੱਟਿਆ। ਇਹ ਜਿਹੜੇ ਸਮਝੌਤਿਆਂ ਦੇ ਲਈ ਅੱਜ ਨਵਜੋਤ ਸਿੰਘ ਸਿੱਧੂ ਰੌਲਾ ਪਾ ਰਿਹਾ ਆਪਣੇ ਸਿਆਸਤ ਨੂੰ ਚਮਕਾਉਣ ਦੇ ਲਈ, ਉਹਦਾ ਅਸਲ ਜਿਹੜੀ ਜੜ ਲਾਈ ਵੀ ਸੀ ਉਹ ਬਾਦਲ ਸਰਕਾਰ ਦੇ ਵਿੱਚ ਲੱਗੀ ਆ, ਲੇਕਿਨ ਉਹਨਾਂ ਨੂੰ ਸਿਖਾਇਆ ਸੀ ਭਾਜਪਾ ਦੇ ਭਾਈਵਾਲਾਂ ਨੇ, ਅਡਾਨੀਆਂ ਨੇ। ਸੋ ਇਹ ਇੱਕ ਵੱਡੀ ਜਾਣਕਾਰੀ ਆ ਜਿਹਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਾਦਲਾਂ ਨੂੰ ਸਿਖਾਉਣ ਵਾਲੇ ਵੀ ਇਹੀ ਸੀ ਕਿ ਮਹਿੰਗੀ ਬਿਜਲੀ ਕਿਵੇਂ ਪੈਦਾ ਕਰਨੀ ਆ ਤੇ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੋਲਾ ਬਾਹਰੋਂ ਮੰਗਾਉਣਾ, ਕਿਵੇਂ ਉਹਨੂੰ ਮਹਿੰਗਾ ਕਰਨਾ। ਕਿਉਂਕਿ ਇਹ ਮਾਡਲ ਅਡਾਨੀ ਵਾਲੇ ਆਸਟ੍ਰੇਲੀਆ ਵਿੱਚ ਕਰ ਰਹੇ ਨੇ। ਇਹ ਆਸਟ੍ਰੇਲੀਆ ਦੇ ਵਿੱਚ ਵੀ ਥਰਮਲ ਬਿਜਲੀ ਦੇ ਰਹੇ ਨੇ ਔਰ ਮੌਰੀਸ਼ੀਅਸ ਤੋਂ ਇਹਨਾਂ ਨੂੰ ਕੋਲਾ ਜਾਂਦਾ ਹੈਗਾ। ਮੌਰੀਸ਼ੀਅਸ ਤੋਂ ਕੋਲਾ ਜਾਂਦਾ, ਉਹ ਕੋਲੇ ਦੇ ਉੱਪਰ ਵੀ ਇਹਨਾਂ ਦੇ ਉੱਪਰ ਇਨਕੁਆਇਰੀ ਚੱਲ ਰਹੀ ਆ ਉਹਦੇ ਵਿੱਚ ਆਪਣੇ ਆਸਟ੍ਰੇਲੀਆ ਦੇ ਵਿੱਚ ਕਿ ਇਹਨਾਂ ਨੇ ਜਿਹੜਾ ਆਪਣਾ ਉੱਥੋਂ ਮੰਗਾਇਆ ਹੈਗਾ ਕੋਲਾ ਮੰਗਾਇਆ, ਉਹ ਜਿਸ ਭਾਅ ਦੇ ਉੱਤੇ ਮੰਗਾਇਆ ਹੈਗਾ ਉਹ ਭਾਅ ਤੋਂ ਬਹੁਤ ਮਹਿੰਗਾ ਭਾਅ ਲਗਾਇਆ ਤਾਂ ਕਿ ਆਸਟ੍ਰੇਲੀਆ ਵਿੱਚ ਵੀ ਮਹਿੰਗੀ ਬਿਜਲੀ ਇਹ ਦੇ ਸਕਣ। ਸੋ ਇਕੱਲਾ ਹਿੰਦੁਸਤਾਨ 'ਚ ਨਹੀਂ, ਇਕੱਲਾ ਗੁਜਰਾਤ ਪੰਜਾਬ 'ਚ ਨਹੀਂ, ਇਹ ਬਾਹਰ ਵੀ ਵੱਡੇ ਵੱਡੇ ਉਹਨਾਂ ਦੇ ਤਹਿਕੀਕਾਤਾਂ ਦੇ ਅੰਦਰ ਚੱਲ ਰਹੇ ਨੇ। ਔਰ ਜਿਹੜੀ ਹੋਰ ਵੱਡੀ ਇੱਕ ਜਾਣਕਾਰੀ ਆ, ਬੜੀ ਰੌਚਕ ਜਾਣਕਾਰੀ ਆ ਕਿ ਮੌਰੀਸ਼ੀਅਸ ਦੇ ਵਿੱਚ ਇਹਨਾਂ ਦੀ ਇੱਕ ਕੰਪਨੀ ਹੈਗੀ ਆ ਜਿਸ ਨੂੰ ਗੌਤਮ ਅਡਾਨੀ ਦਾ ਵੱਡਾ ਭਰਾ
ਉਹਦਾ ਨਾਂ ਹੈਗਾ ਵਿਨੋਦ ਸ਼ਾਂਤੀ ਲਾਲ ਅਡਾਨੀ, ਉਹ ਚਲਾ ਰਿਹਾ। ਸਿੰਗਾਪੁਰ ਦੇ ਵਿੱਚ ਉਹਨੇ ਛੋਟੀਆਂ ਕੰਪਨੀਆਂ ਬੁਲਾ ਰੱਖੀਆਂ ਨੇ। ਉਹ ਕੰਪਨੀਆਂ ਨੇ ਆਸਟ੍ਰੇਲੀਆ ਸਰਕਾਰ ਤੋਂ ਬਿਜਲੀ ਬਣਾਉਣ ਦੇ ਜਾਂ ਸਮੁੰਦਰੀ ਤੱਟ ਬਣਾਉਣ ਦੇ ਠੇਕੇ ਲਾਏ ਹੋਏ ਨੇ। ਹੁਣ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਚਲਾ ਰਹੀ ਹੈ ਸਿੰਗਾਪੁਰ ਤੋਂ ਮਾਲਕ ਬੈਠੀ ਕੰਪਨੀ, ਤੇ ਜਿਹੜੀ ਸਿੰਗਾਪੁਰ ਦੀ ਮਾਲਕ ਕੰਪਨੀ ਆ ਉਹ ਕੰਪਨੀ ਇੱਕ ਇਹੀ ਜਿਹੀ ਥਾਂ ਵਿੱਚ ਦੁਨੀਆ ਰਜਿਸਟਰਡ ਹੈਗੀ ਆ ਜਿਹਦਾ ਤੁਸੀਂ ਕਦੇ ਨਾਂ ਹੀ ਨਹੀਂ ਸੁਣਿਆ ਹੈਗਾ। ਇੱਕ ਮੁਲਕ ਦਾ ਨਾਂ ਹੈਗਾ, ਛੋਟਾ ਜਿਹਾ ਟਾਪੂ ਹੈਗਾ, ਕੇਮੈਨ ਆਈਲੈਂਡ, CAYMAN, ਕੇਮੈਨ ਆਈਲੈਂਡ। ਉੱਥੇ ਉਹ ਕੰਪਨੀ ਰਜਿਸਟਰਡ ਹੈਗੀ ਆ। ਮਤਲਬ ਜਿਹੜੇ ਮੁਲਕ ਦਾ ਪਤਾ ਹੀ ਨਹੀਂ, ਜੇ ਕੋਈ ਮਤਲਬ ਠੱਗੀ ਮਾਰ ਵੀ ਗਏ ਦੁਨੀਆ ਦੀ ਸਭ ਤੋਂ ਵੱਡੀ ਕਿੱਥੇ ਲੱਭੋਗੇ, ਔਰ ਪਤਾ ਲੱਗੂਗਾ ਮੁਲਕ ਵੀ ਨਹੀਂ ਹੈਗਾ, ਇਹਨਾਂ ਦਾ ਆਪ ਨੇ ਖੜਾ ਕੀਤਾ ਵਾ ਜੁਗਾੜ। ਸੋ ਗੱਲ ਇੱਥੋਂ ਤੱਕ ਆ ਕਿ ਤੁਸੀਂ ਇਹ ਹਿਸਾਬ ਲਾ ਲਓ ਕਿ ਮੋਦੀ ਸਾਹਿਬ ਦੀ ਭਾਈਵਾਲੀ ਕਹੇ ਜਿਹੇ ਲੋਕਾਂ ਨਾਲ ਹੈਗੀ ਆ, ਕਹੇ ਜਿਹੇ ਲੋਕਾਂ ਨਾਲ ਵਿਚਰਦੇ ਨੇ, ਔਰ ਸਾਡੀ ਜਿਹੜੀ ਲੜਾਈ ਆ ਕਿਸਾਨਾਂ ਦੀ ਉਹ ਕਹੇ ਜਿਹੇ ਲੋਕਾਂ ਨਾਲ। ਸੋ ਗੱਲਾਂ ਨੇ ਬਹੁਤ ਅਹਿਮ ਗੱਲਾਂ ਨੇ, ਡੂੰਘੀਆਂ ਗੱਲਾਂ ਨੇ। ਜਿਹੜਾ ਕਿਲਾ ਰਾਏਪੁਰ ਵਾਲਾ ਇਹਨਾਂ ਨੇ ਪਲਾਂਟ ਬੰਦ ਕੀਤਾ ਆਪਣਾ, ਇਹਦੇ ਵਿੱਚ ਵੀ ਇਹਨਾਂ ਕੋਲੇ 77 ਕਿੱਲੇ ਜ਼ਮੀਨ ਦੇ ਦੱਬੇ ਹੋਏ ਸੀ। ਇਹਨਾਂ ਨੇ ਸਰਕਾਰ ਤੋਂ 77 ਕਿੱਲੇ ਲਏ ਸੀ, ਔਰ 77 ਕਿੱਲੇ ਦੇ ਵਿੱਚ ਇਹ ਕਹਿੰਦੇ ਨੇ ਕਿ ਸਾਨੂੰ ਇਹ ਬੰਦ ਕਰਨ ਦੇ ਵਿੱਚ 7000 ਕਰੋੜ ਦਾ ਘਾਟਾ ਪਿਆ। ਕੋਈ ਸ਼ੱਕ ਨਹੀਂ ਕਿ ਸਾਡੇ ਕਿਸਾਨ ਅੰਦੋਲਨ ਨੇ ਅਡਾਨੀਆਂ ਦਾ ਲੱਕ ਜ਼ਰੂਰ ਤੋੜਿਆ। ਜੇ ਲੱਕ ਨਹੀਂ ਤੋੜਿਆ ਤਾਂ ਮੈਂ ਇਹ ਕਹੂੰਗਾ ਵੀ ਗਿੱਟਾ ਤਾਂ ਜ਼ਰੂਰ ਟੁੱਟਿਆ। 7000 ਕਰੋੜ ਕੋਈ ਛੋਟੀ ਅਮਾਊਂਟ ਨਹੀਂ ਹੁੰਦੀ। ਪਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 31 ਜੁਲਾਈ ਸਨ 2021 ਦੇ ਵਿੱਚ ਇਹਨਾਂ ਨੇ 1 ਅਗਸਤ ਨੂੰ ਇਹ ਅਨਾਊਂਸ ਕੀਤਾ ਕਿ ਅਸੀਂ ਇਹ ਕਿਲਾ ਰਾਏਪੁਰ ਵਾਲਾ ਸ਼ਟ ਡਾਊਨ ਕਰ ਰਹੇ ਹਾਂ। ਇਹਨਾਂ ਨੇ ਆਪਣੇ ਬੋਰਡ ਉਤਾਰ ਲਏ, ਆਪਣੇ ਜਿੰਨੇ ਵੀ ਕਰਿੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਟਰਮੀਨੇਸ਼ਨ ਦੇ ਆਰਡਰ ਦੇਤੇ, ਉਹਨਾਂ ਦੀਆਂ ਬਣਦੀਆਂ 3-3 ਮਹੀਨੇ ਦੀਆਂ ਤਨਖਾਹਾਂ ਵੀ ਪਾਤੀਆਂ। ਜਿਹੜੇ ਕੰਟਰੈਕਟ ਸੀਗੇ ਉੱਥੇ ਮਸ਼ੀਨਰੀ ਦੇ ਕੰਟਰੈਕਟਰ ਸੀਗੇ ਜਿਨ੍ਹਾਂ ਦਾ ਅੱਜ ਬਿਆਨ ਆਇਆ ਅਖਬਾਰਾਂ ਦੇ ਵਿੱਚ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ, ਉਹ ਕਿਸਾਨਾਂ ਦੇ ਨਾਲ ਉਦੋਂ ਆਏ ਨੇ ਜਦੋਂ ਅਡਾਨੀਆਂ ਨੇ ਉਹਨਾਂ ਨਾਲ ਕੰਟਰੈਕਟ ਤੋੜ ਲਿਆ। ਜੇ ਉਹ ਦਿਲੋਂ ਆਉਣਾ ਚਾਹੁੰਦੇ ਤਾਂ 9 ਮਹੀਨਿਆਂ ਦਾ ਕਿਸਾਨ ਅੰਦੋਲਨ ਚੱਲ ਰਿਹਾ। ਉਹ ਜਿਹੜਾ ਸਿੰਘੂ ਬਾਰਡਰ ਦੇ ਉੱਪਰ ਬੈਠਾ ਹੈਗਾ, ਜਿਹਨੇ ਦਫ਼ਤਰ ਦਿੱਤਾ ਹੋਇਆ ਮੀਟਿੰਗਾਂ ਕਰਨ ਲਈ, ਨਾਲ ਸਾਥ ਦੇਣਾ ਉਹ ਹੁੰਦਾ ਕਿ ਸਰਕਾਰ ਦਾ ਛੇਕ ਵੀ ਚੱਲਿਆ ਪਰ ਸਾਥ ਨਹੀਂ ਚੱਲਿਆ। ਇਹ ਸਰਦਾਰ ਜੀ ਸਾਡੇ ਜਿਹੜੇ ਆ ਰਹੇ ਨੇ ਵੀ ਸਾਡੀ ਮਸ਼ੀਨਰੀ ਅਡਾਨੀ ਨਾਲ ਜਾਊ ਨਹੀਂ, ਅਸਲ ਵਿੱਚ ਅਡਾਨੀਆਂ ਨੇ ਜਵਾਬ ਦੇਤਾ ਉਹਨੂੰ ਕਿ ਜੀ ਸਾਡੀ ਸਤਿ ਸ੍ਰੀ ਅਕਾਲ, ਅਸੀਂ ਇਹ ਕੰਮ ਹੀ ਬੰਦ ਕਰ ਰਹੇ ਹਾਂ। ਹੁਣ ਉਹ ਆਪਣੇ ਨੰਬਰ ਬਣਾਉਣ ਦੇ ਲਈ ਨਾਅਰੇ ਮਾਰ ਰਹੇ ਨੇ, ਵੱਡੇ ਵੱਡੇ ਅਖਬਾਰਾਂ ਵਿੱਚ ਬਿਆਨ ਦੇ ਰਹੇ ਨੇ। ਸੋ ਇਹ ਗੱਲ ਹੈਗੀ ਆ। ਹੁਣ ਕਿਲਾ ਰਾਏਪੁਰ ਦੇ ਵਿੱਚ 7000 ਕਰੋੜ ਦਾ ਅਡਾਨੀ ਘਾਟਾ ਖਾ ਰਹੇ ਨੇ। ਪਰ ਸੁਖਵਿੰਦਰ ਜੀ ਤੁਸੀਂ ਹੈਰਾਨ ਹੋਵੋਗੇ, ਉਸ ਤੋਂ ਇੱਕ ਦਿਨ ਪਹਿਲਾਂ ਉਹ ਯੋਗੀ ਦੀ ਸਰਕਾਰ ਦੇ ਅੰਦਰ ਨੋਇਡਾ ਅਥਾਰਟੀ ਤੋਂ 8 ਕਿੱਲੇ ਨੋਇਡਾ ਦੇ ਵਿੱਚ ਖਰੀਦਦੇ ਨੇ 3400 ਕਰੋੜ ਰੁਪਏ ਦੇ ਵਿੱਚ। ਉਹ ਉੱਥੇ ਇੱਕ ਡਾਟਾ ਸੈਂਟਰ ਲਾ ਰਹੇ ਨੇ ਜਿਹਦੇ ਵਿੱਚ 1500 ਬੰਦਾ ਬੈਠ ਕੇ ਕੰਮ ਕਰੂਗਾ, ਔਰ ਉਹ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਹੋਊਗਾ। ਇਹ ਅਡਾਨੀ ਕਹਿੰਦੇ ਨੇ ਜੀ ਸਾਡੇ ਕੋਲੇ ਬੰਦਰਗਾਹਾਂ ਸਾਰੀਆਂ ਨੇ, ਸਮੁੰਦਰ ਵਿੱਚ ਤਾਰਾਂ ਸਾਡੀਆਂ ਆਪ ਦੀਆਂ ਪਈਆਂ ਹੋਈਆਂ ਨੇ। ਸੋ ਇਹਨਾਂ ਨੂੰ ਇੰਟਰਨੈਟ ਦੇ ਉੱਪਰ ਇਹ ਕਿਸੇ ਉੱਤੇ ਡਿਪੈਂਡੈਂਟ ਨਹੀਂ ਹੈਗੇ। ਇਹ ਵੀ ਪਤਾ ਲੱਗੂਗਾ ਕਿ ਆਪਾਂ ਰੌਲਾ ਪਾਈ ਜਾਣਾ ਜੀਓ ਤੇ ਕੱਲ ਨੂੰ ਜੀਓ ਦੇ ਬਰਾਬਰ ਇਹ ਵੀ ਆ ਕੇ ਖੜੇ ਹੋ ਸਕਦੇ ਨੇ। ਜਿਵੇਂ ਆਪਦੇ ਭਰਾ ਨੂੰ ਮੁਕੇਸ਼ ਅੰਬਾਨੀ ਖਾ ਗਿਆ ਨਾ, ਅੰਬਾਨੀ ਨੂੰ, ਹੋ ਸਕਦਾ ਕਿ ਕੱਲ ਨੂੰ ਅਡਾਨੀ ਅੰਬਾਨੀ ਨੂੰ ਵੀ ਛਕ ਜਾਣ, ਜੀਓ ਵੀ ਖਾਧਾ ਜਾਵੇ, ਕੋਈ ਪਤਾ ਨਹੀਂ। ਕੱਲਾ ਉਹਦੇ ਤੋਂ ਅਮਰੀਕਾ ਵਾਲੇ ਤੋਂ ਖਤਰਾ ਨਹੀਂ ਹੈਗਾ। ਇੰਟਰਨੈਟ ਵਿੱਚ ਇਹ ਵੀ ਵੱਡਾ ਕਦਮ ਰੱਖਣ ਦੇ ਵੱਲ ਵੱਧ ਰਹੇ ਨੇ ਕਿਉਂਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਇਹ ਇੱਥੇ ਲਾ ਰਹੇ ਨੇ ਨੋਇਡਾ ਦੇ ਵਿੱਚ। ਜਿਹੜਾ ਬੰਦਾ 3400 ਕਰੋੜ ਰੁਪਇਆ ਇੱਕ ਦਿਨ ਪਹਿਲਾਂ ਇਨਵੈਸਟ ਕਰਕੇ 7000 ਕਰੋੜ ਦਾ ਆਪਣਾ ਧੰਦਾ ਬੰਦ ਕਰ ਰਿਹਾ ਪੰਜਾਬ ਦੇ ਵਿੱਚ, ਉਹਨੂੰ ਪੈਸੇ ਦੀ ਘਾਟ ਕੋਈ ਨਹੀਂ ਕਿਉਂਕਿ ਉਹਦੇ ਪਿੱਛੇ ਤਾਂ ਹਿੰਦੁਸਤਾਨ ਦੇ ਸਾਰੇ ਵੱਡੇ ਬੈਂਕ ਖੜੇ ਨੇ। ਸੋ ਹਾਲਾਤ ਇਹ ਨੇ ਅਡਾਨੀ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਕਿੰਨੀਆਂ ਡੂੰਘੀਆਂ ਨੇ। ਔਰ ਇਹਦਾ ਜਿਹੜਾ ਮੋਗੇ ਵਾਲਾ ਸੀਲੋ ਹੈਗਾ ਉਹ ਵੀ ਨਾ ਭੁੱਲਿਓ, ਉਹ ਵੀ ਖੜਾ ਹੈਗਾ। ਸਮਝ ਸਾਹਿਬ, ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਸਮਝੌਤੇ ਹੋਏ ਜਾਂ ਅਡਾਨੀ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ, ਬਿਜਲੀ ਦੇ ਪ੍ਰੋਜੈਕਟ ਜਿਵੇਂ ਸ਼ੁਰੂ ਕੀਤੇ ਗਏ, ਉਹ ਸਾਰਾ ਕੁਝ ਹੈ। ਇਹਦੇ ਵਿੱਚ ਅੱਜ ਜਦੋਂ ਕੇਂਦਰ ਦੀ ਬੀਜੇਪੀ ਸਰਕਾਰ ਤੇ ਸਵਾਲ ਉੱਠਦੇ ਨੇ ਤਾਂ ਉਸ ਵੇਲੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਮਨਮੋਹਨ ਸਿੰਘ ਜੀ ਉਸ ਵੇਲੇ ਪ੍ਰਧਾਨ ਮੰਤਰੀ ਹੁੰਦੇ ਸੀ। ਅੱਜ ਅਕਾਲੀ ਵੀ ਕਹਿੰਦੇ ਨੇ ਕਿ ਕੇਂਦਰ ਦਾ ਜਿਹੜਾ ਇੱਕ ਪਾਲਿਸੀ ਆਈ ਸੀ ਕੋਈ ਬਿਜਲੀ ਨੂੰ ਲੈ ਕੇ। ਬੜੀ ਮੈਂ ਹੈਰਾਨ ਹੁੰਨਾ ਕਿ ਲੋਕ ਜਦੋਂ ਮੰਨ ਲੈਂਦੇ ਨੇ ਉਹਨਾਂ ਦੀਆਂ ਗੱਲਾਂ ਨੂੰ ਫੈਕਟ ਕਿਉਂ ਨਹੀਂ ਚੈੱਕ ਕਰਦੇ ਹੈਗੇ। ਬਿਜਲੀ ਇੱਕ ਸਟੇਟ ਸਬਜੈਕਟ ਆ ਸਰਦਾਰ ਜੀ, ਬਿਜਲੀ ਉੱਤੇ ਫੈਸਲੇ ਲੈਣੇ ਆ ਸਟੇਟ ਗਵਰਨਮੈਂਟ ਨੇ ਲੈਣੇ ਆ। ਇਹਨਾਂ ਨੂੰ ਦੱਸੋ ਵੀ ਜਿਹੜੀਆਂ ਬਾਕੀ ਮਨਮੋਹਨ ਸਿੰਘ ਦੀਆਂ ਪਾਲਿਸੀਜ਼ ਨੇ ਫਿਰ ਉਹ ਤਾਂ ਮੰਨੀਆਂ ਨਹੀਂ, ਬਿਜਲੀ ਵਾਲੀ ਕਿਉਂ ਮੰਨ ਲਈ?
ਇਹ ਵੀ ਨਾ ਮੰਨਦੇ। ਬਿਜਲੀ ਉੱਤੇ ਫੈਸਲੇ ਲੈਣੇ ਤਾਂ ਉਹ ਮਨਮੋਹਨ ਸਿੰਘ ਤਾਂ ਕਹਿ ਰਿਹਾ ਸੀ ਵੀ ਸਬਸਿਡੀ ਨਾ ਦਿਓ, ਮੁਫਤ ਵਿੱਚ ਕਿਸਾਨਾਂ ਨੂੰ ਬਿਜਲੀ ਨਾ ਦਿਓ, ਫਿਰ ਉਹ ਕਿਉਂ ਦਿੰਦਾ ਰਿਹਾ ਬਾਦਲ? ਉਹ ਵੀ ਤਾਂ ਬਾਦਲ ਸਾਹਿਬ ਨੇ ਆਪਣੀ ਮਰਜ਼ੀ ਨਾਲ ਦਿੱਤੀ ਸੀ, ਕਿਉਂਕਿ ਬਿਜਲੀ ਸਟੇਟ ਸਬਜੈਕਟ ਹੈਗੀ ਆ। ਮਨਮੋਹਨ ਸਿੰਘ ਨੇ ਬੜਾ ਕੁਝ ਕਿਹਾ ਸੀ ਵੀ ਨਾ ਕਰੋ, ਇਹਨਾਂ ਨੇ ਕੀਤਾ, ਤੇ ਜਿਹੜਾ ਉਹਨੇ ਕਿਹਾ ਵੀ ਕਰੋ ਉਹ ਉਹਨਾਂ ਨੇ ਕਿਵੇਂ ਕਰ ਲਿਆ? ਅਸਲ ਗੱਲ ਇਹੀ ਆ ਕਿ ਇਹਨਾਂ ਦਾ ਭਾਈਵਾਲ ਭਾਜਪਾ ਹੈਗਾ, ਸੰਘ ਨਾਲ ਜੁੜੇ ਨੇ ਪੁਰਾਣੇ। ਭਾਈਵਾਲ ਭਾਜਪਾ ਸਰਕਾਰ ਵਿੱਚ ਸੀਗੀ ਉਦੋਂ, ਤੇ ਜਨਾਬ ਉਸੇ ਟਾਈਮ ਦੇ ਉੱਪਰ ਗੁਜਰਾਤ ਵਿੱਚ ਵੀ ਭਾਜਪਾ ਸੀ। ਹੁਣ ਭਾਜਪਾ ਦੇ ਲਈ ਗੁਜਰਾਤ ਤੋਂ ਭਾਜਪਾ ਦੇ ਵਪਾਰੀਆਂ ਨੂੰ ਪੰਜਾਬ ਦੇ ਵਿੱਚ ਬੁਲਾਉਣਾ ਸੌਖਾ? ਗੇਮ ਤਾਂ ਸਾਰੀ ਦੀ ਸਾਰੀ ਉਹੀ ਚੱਲ ਰਹੀ ਸੀ ਨਾ। ਭਾਜਪਾ ਤੇ ਅਕਾਲੀ ਰਲ ਕੀ ਕਰ ਰਹੇ ਸੀ? ਮੁੱਖ ਮੰਤਰੀ ਬਾਦਲ ਸੀ, ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਸੀ। ਫੈਸਲੇ ਜਿਹੜੇ ਵੀ ਲਏ ਗਏ ਨੇ ਉਹ ਬਾਦਲ ਵੱਲੋਂ ਲਏ ਗਏ ਨੇ। ਸਟੇਟ ਵਿੱਚ ਚਿੜੀ ਨੇ ਵੀ ਜੇ ਪਰ ਮਾਰਨੇ ਹੁੰਦੇ ਨੇ ਤਾਂ ਉਹ ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਨਹੀਂ ਬਚ ਸਕਦੇ। ਹਰੀਕੇ ਪੱਤਣ ਤੇ ਜਿਹੜੇ ਬਾਹਰਲੇ ਪੰਛੀ ਆ ਕੇ ਸਾਲ ਵਿੱਚ 2 ਵਾਰ ਆਉਂਦੇ ਨੇ, ਉਹਦੇ ਡਾਟੇ ਵੀ ਇੱਕ ਇੱਕ ਪੰਛੀ ਦੇ ਸਰਕਾਰ ਕੋਲੇ ਹੁੰਦੇ ਨੇ, ਮੁੱਖ ਮੰਤਰੀ ਦੀ ਮੇਜ਼ ਤੇ ਉਹ ਵੀ ਜਾਂਦੇ ਨੇ ਕਿ ਕਿੰਨੇ ਇਸ ਵਾਰ ਮਾਈਗ੍ਰੇਟਰੀ ਬਰਡਸ ਆਏ, ਕਿੰਨੇ ਮਰੇ, ਕਿੰਨੇ ਵਾਪਸ ਗਏ, ਸਾਡੇ ਵਾਲੇ ਕਿੰਨੇ ਗਏ। ਤੇ ਇਹ ਕਿਵੇਂ ਹੋ ਸਕਦਾ ਵੀ ਜਿਹੜੀਆਂ ਐਡੇ ਵੱਡੇ ਫੈਸਲੇ ਲਏ ਗਏ ਉਹਦੇ ਵਿੱਚ ਮੁੱਖ ਮੰਤਰੀ ਦੀ ਇਨਵੋਲਵਮੈਂਟ ਨਾ ਹੋਵੇ? ਕਿ ਪਰ ਮਨਮੋਹਨ ਸਿੰਘ ਦਾ ਟੈਲੀਫੋਨ ਆ ਗਿਆ, ਹਾਂਜੀ ਬਾਦਲ ਸਾਹਿਬ ਇਹ ਕਰ ਲਿਓ। ਇਹਨਾਂ ਦੇ ਫੈਸਲੇ ਆਪਦੇ ਨੇ, ਔਰ ਇਹਨਾਂ ਦੀ ਭਾਈਵਾਲੀ ਅਡਾਨੀਆਂ ਨਾਲ ਭਾਜਪਾ ਦੀ ਸੀਗੀ, ਉਹਨਾਂ ਨੇ ਅੱਗੇ ਮਿਲਾਤੇ। ਕਿਉਂਕਿ ਗੁੜ ਦੀ ਭੇਲੀ ਟੁੱਟੂਗੀ ਤੇ ਡਲੀ ਡਲੀ ਤਾਂ ਸਭ ਨੂੰ ਆਊਗੀ, ਤੇ ਭਾਜਪਾ ਵਾਲਿਆਂ ਨੇ ਕਿਹੜਾ ਘਰ ਨਹੀਂ ਭਰੇ ਹੈਗੇ ਪੰਜਾਬ ਦੇ ਵਿੱਚ ਬੈਠ ਕੇ। ਸੋ ਇਹ ਸਾਰੇ ਦਾ ਸਾਰਾ ਅਕਾਲੀ ਦਲ ਬਾਦਲ ਦਾ ਭਾਜਪਾ ਦਾ ਮਿਲਿਆ ਜੁਲਿਆ ਫੈਸਲਾ ਸੀ, ਇਕੱਲੇ ਅਕਾਲੀ ਦਲ ਦਾ ਵੀ ਨਹੀਂ ਸੀ। ਮਨਮੋਹਨ ਸਿੰਘ ਇਹਦੇ ਚ ਕਿੱਥੋਂ ਆ ਗਏ? ਮਨਮੋਹਨ ਸਿੰਘ ਦੀ ਅੱਜ ਤੁਸੀਂ ਕੰਪੈਰੀਜ਼ਨ ਕਰਕੇ ਦੇਖ ਲਓ ਮੋਦੀ ਨਾਲ। ਉਦੋਂ ਜੀਡੀਪੀ ਕਿੱਥੇ ਸੀ, ਅੱਜ ਜੀਡੀਪੀ ਕਿੱਥੇ ਆ? ਸਿਰਫ ਨੈਸ਼ਨਲ ਹਾਈਵੇ ਨੂੰ ਛੱਡ ਕੇ ਬਾਕੀ ਸਾਰੇ ਚੀਜ਼ਾਂ ਵਿੱਚ ਮੋਦੀ ਸਾਹਿਬ ਪਿੱਛੇ ਨੇ, ਜਿੰਨੀਆਂ ਵੀ ਪਾਲਿਸੀ ਮਨਮੋਹਨ ਸਿੰਘ ਤੋਂ ਆਈਆਂ ਨੇ। ਔਰ ਪਿਛਲੇ ਜੇ ਸਮੇਂ ਵਿੱਚ ਜਿਹੜੀ ਸਾਡੀ ਨਾਰਮਲ ਗਰੋਥ ਰੇਟ ਸੀ ਉਹ 30% ਥੱਲੇ ਚਲਾ ਗਿਆ ਸੀ। ਇਹ ਹੁਣ ਕੇਂਦਰ ਸਰਕਾਰ ਰੌਲਾ ਪਾ ਰਹੀ ਹੈ ਜੀ ਪਿਛਲੇ ਦਿਨਾਂ ਵਿੱਚ ਅਸੀਂ 25% ਉੱਚਾ ਉੱਠ ਗਏ। ਦੇਖੋ ਗੱਲ ਕੀ ਆ, ਉਹ 100 ਤੋਂ 30 ਥੱਲੇ ਆਏ, 100 ਤੋਂ 30 ਥੱਲੇ ਆਏ, ਥੱਲੇ ਤੋਂ 25 ਉੱਪਰ ਉੱਠੇ ਹੋ। ਮਤਲਬ ਕਿ ਤੁਸੀਂ ਹਲੇ 95 ਤੇ ਪਹੁੰਚੇ ਹੋ, 100 ਤੇ ਨਹੀਂ ਪਹੁੰਚੇ। ਜਿਹੜੀ ਸਾਡੀ ਗਰੋਥ ਹੋਏਗੀ ਉਹ 100 ਤੋਂ ਬਾਅਦ ਜਾ ਕੇ ਸ਼ੁਰੂ ਹੋਏਗੀ। ਲੋਕਾਂ ਦਾ ਮੂਰਖ ਬਣਾਉਣਾ ਔਰ ਲੋਕਾਂ ਦਾ ਵੱਲੋਂ ਮੂਰਖ ਬਣਨਾ, ਇਹ ਬਾਦਸਤੂਰ ਦੋਨੋਂ ਚੀਜ਼ਾਂ ਜਾਰੀ ਨੇ। ਮੈਂ ਤਾਂ ਸ਼ੁਕਰ ਕਰਦਾ ਰੱਬ ਦਾ ਕਿ ਕਿਸਾਨਾਂ ਨੂੰ ਹਲੇ ਵੀ ਟਾਈਮ ਸਿਰ ਜਾਗ ਆ ਗਈ। ਜੇ ਕਿਤੇ ਇਹੀ ਸਾਲ ਲੰਘ ਜਾਂਦਾ ਨਾ, ਕਿਤੇ ਟੱਪ ਜਾਂਦੇ, ਇਹ ਵੀਰ ਜੀ ਸੱਪ ਦੀ ਲਕੀਰ ਵੀ ਨਹੀਂ ਸੀ ਰਹਿਣੀ। ਉਹ ਕਹਿੰਦੇ ਨਾ ਸੱਪ ਲੰਘ ਗਿਆ, ਲਕੀਰ ਨੂੰ ਪਿੱਟ ਰਹੇ ਨੇ ਹੁਣ ਬੈਠੇ। ਮੈਂ ਕਹਿੰਦਾ ਸ਼ੁਕਰ ਆ ਲਕੀਰ ਨੂੰ ਪਿੱਟਦੇ ਪਿੱਟਦੇ ਘੱਟੋ ਘੱਟ ਸੱਪ ਦੀ ਖੁੱਡ ਤਾਂ ਲੱਭ ਗਈ, ਸੱਪ ਤੱਕ ਤਾਂ ਪਹੁੰਚ ਲਏ। ਹੁਣ ਸੱਪ ਦੀ ਪੂੰਛ ਨੂੰ ਹੱਥ ਤਾਂ ਪੈ ਗਿਆ, ਹੁਣ ਸੱਪ ਨੂੰ ਖਿੱਚ ਰਹੇ ਨੇ। ਹੁਣ ਬੀਨ ਨਹੀਂ ਬਚਣੀ, ਹੁਣ ਤਾਂ ਸੱਪ ਖਿੱਚਣਾ ਹੀ ਪੈਣਾ ਹੈਗਾ। ਤੇ ਜੇ ਭਾਈ ਸਾਹਿਬ ਸੱਪ ਦੀ ਲਕੀਰ ਵੀ ਮਿਟ ਜਾਂਦੀ, ਪਰ ਕਿਹਦੀ ਮਾਂ ਨੂੰ ਮਾਸੀ ਕਹਿੰਦੇ, ਕਿਹਦੇ ਪਿਓ ਨੂੰ ਕਹਿੰਦੇ ਫੁੱਫੜ। ਬਿਲਕੁਲ ਬਿਲਕੁਲ ਬਿਲਕੁਲ। ਅਗਲੀ ਗੱਲ ਸਮਝ ਸਾਹਿਬ, ਜਿਹੜੀ ਜਦੋਂ ਅਸੀਂ ਤਸਵੀਰਾਂ ਵੀ ਦੇਖਦੇ ਆ ਅਕਾਲੀ ਭਾਜਪਾ ਸਰਕਾਰ ਦੀ ਤਾਂ ਗੱਲ ਹੋਈ, ਕੈਪਟਨ ਸਾਹਿਬ ਵੀ ਹੁਣੀ ਕਹਿੰਦੇ ਕਾਫੀ ਏਜ ਰੱਖਦੇ ਰਹੇ ਇਹਨਾਂ ਪ੍ਰਾਈਵੇਟਾਂ ਦੇ ਨਾਲ, ਅਡਾਨੀ ਅੰਬਾਨੀ ਉਹਨਾਂ ਦੇ ਨਾਲ। ਅੰਬਾਨੀਆਂ ਨਾਲ ਤਾਂ ਤਸਵੀਰਾਂ ਵੀ ਅਸੀਂ ਤੁਸੀਂ ਲੋਕ ਦੇਖਦੇ ਨੇ ਕਿ ਕਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਰਹਿੰਦੀਆਂ। ਕੈਪਟਨ ਸਾਹਿਬ ਆਪ ਕਹਿੰਦੇ ਜਾ ਕੇ ਇਹਨਾਂ ਨੂੰ ਕਹਿੰਦੇ ਰਹੇ ਨੇ ਕਿ ਆਓ ਪੰਜਾਬ ਦੇ ਵਿੱਚ ਨਿਵੇਸ਼ ਕਰੋ। 2017 ਦੀਆਂ ਤਸਵੀਰਾਂ ਨੇ ਜੀ, ਉਹ ਜਦੋਂ ਇਹਨਾਂ ਦੀ ਸਰਕਾਰ ਬਣੀ ਹੈ ਉਦੋਂ ਹੀ ਬੰਬੇ ਪਹੁੰਚ ਗਏ ਸੀ। ਉਦੋਂ ਬੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਵੀ ਕੈਪਟਨ ਸਾਹਿਬ ਨੇ ਹਫ਼ਤੇ ਵਿੱਚ ਤਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਆ ਵੀ 1 ਹਫ਼ਤੇ ਵਿੱਚ ਤਾਂ ਜੀ ਖਤਮ ਕਰ ਦੇਣੇ ਨੇ ਨਸ਼ੇ। ਚਲੋ ਜੀ ਹਫ਼ਤਾ ਲੰਘ ਗਿਆ, ਕਹਿੰਦੇ ਨਸ਼ੇ ਤਾਂ ਗਏ ਮੁੱਕ। 1 ਹਫ਼ਤਾ ਲੰਘ ਗਿਆ, ਨਸ਼ੇ ਮੁੱਕ ਗਏ। ਆਪੇ ਹੀ ਕਹਾਣੀਆਂ ਬਣ ਰਹੀਆਂ ਨੇ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਵੇ। ਇਹਨਾਂ ਨੂੰ ਪੰਜਾਬ ਦੇ ਇਨਵੈਸਟਮੈਂਟ ਲਈ 2 ਹੀ ਬੰਦੇ ਦਿਖਦੇ ਨੇ, ਜਾਂ ਰਤਨ ਟਾਟਾ ਕੋਲੇ ਜਾ ਵੜੇ ਜਾਂ ਮੁਕੇਸ਼ ਅੰਬਾਨੀ ਕੋਲੇ ਜਾ ਵੜੇ। ਬਾਕੀ ਦੁਨੀਆ ਤਾਂ ਹੈ ਹੀ ਨਹੀਂ, ਬਾਕੀ ਦੁਨੀਆ ਤਾਂ ਮਰ ਗਈ। ਤੁਸੀਂ ਪਤਾ ਲੱਗਦਾ ਵੀ ਕੈਲੀਫੋਰਨੀਆ ਵਿੱਚ ਜਾ ਕੇ ਇਹ NRIs ਨਾਲ ਮੀਟਿੰਗ ਕਰ ਰਹੇ ਨੇ, ਉਹਨਾਂ ਨੂੰ ਕਹਿੰਦੇ ਇਨਵੈਸਟਮੈਂਟ ਕਰਦੇ। ਓਏ ਆਪਦੀ ਮਾਂ ਜਾਇਆ ਦੀ ਭੂਮੀ ਹੁੰਦੀ ਆ, ਉੱਥੇ ਬੰਦਾ ਹੇਜ ਹੁੰਦਾ। ਤੁੰਨੀ ਨਾਲ ਜਿਹੜਾ ਤੁਹਾਡਾ ਰਿਸ਼ਤਾ ਨਾ ਉਹ ਟੁੱਟਦਾ ਨਹੀਂ, ਚਾਹੇ ਤੁਸੀਂ ਚੰਦ ਤੇ ਜਾ ਬੈਠੋ। ਉਹਨਾਂ ਨੇ ਇਨਵੈਸਟ ਕਰ ਦੇਣਾ ਸੀ। ਮੁਕੇਸ਼ ਅੰਬਾਨੀ ਨੇ ਉਹ ਚੀਜ਼ਾਂ ਕਰਵਾ ਲਈਆਂ ਜੀ, ਅਸੀਂ ਇੰਟਰਨੈਟ ਦੇਵਾਂਗੇ, ਪੰਜਾਬ ਦੇ ਸਾਰੇ ਸਕੂਲ ਸਾਨੂੰ ਦੇ ਦਿਓ, ਸਾਡੀ ਇੰਟਰਨੈਟ ਦੀ ਤਾਰ ਲੱਗੂਗੀ, ਮੋਨੋਪਲੀ। ਹਾਂਜੀ, ਪੰਜਾਬ ਦੇ ਵਿੱਚ ਐਜੂਕੇਸ਼ਨ ਲੱਗੂਗੀ, ਸਾਨੂੰ ਦੇ ਦਿਓ, ਮੋਨੋਪਲੀ। ਪੰਜਾਬ ਦੇ ਵਿੱਚ ਅਸੀਂ ਹਰ ਸ਼ਹਿਰ ਦੇ ਵਿੱਚ ਪੈਟਰੋਲ ਪੰਪ ਖੋਣੇ ਆ ਅਸੀਂ, ਮੋਨੋਪਲੀ। ਮਤਲਬ ਕਿ ਜਿੰਨੀਆਂ ਲੁੱਟਾਂ ਸਰਕਾਰ ਦਾ ਮੋਢਾ ਰੱਖ ਕੇ ਮੁਕੇਸ਼ ਅੰਬਾਨੀ ਪੰਜਾਬੀਆਂ ਨੂੰ ਲੁੱਟ ਸਕਦੇ ਸੀ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ।
ਅੱਜ ਉਹਨਾਂ ਨੇ ਸੈਂਕੜੇ ਪੰਪ ਖੋਲੇ ਸੀ ਪੰਜਾਬ ਦੇ ਵਿੱਚ, ਖੋਲੇ ਜ਼ਮੀਨਾਂ ਦੇ ਉਹ ਕਰਵਾਏ, MOU ਸਾਈਨ ਕਰਾਇਆ, ਮੁੜ ਕੇ ਪੰਪ ਬੰਦ ਕਰਤੇ। ਹੁਣ ਉਹ ਜਿਹਨੇ ਜ਼ਮੀਨ ਪਾਈ ਆ ਉਹ ਨਾ ਉਹਦੇ ਵਿੱਚੋਂ ਕਹਿੰਦੇ ਤੇਲ ਕੱਢਣ ਜੋਗਾ, ਨਾ ਜ਼ਮੀਨ ਵੇਚਣ ਜੋਗਾ। ਉਹਨੇ ਹੱਥ ਜੋੜ ਕੇ ਉਹੀ ਜ਼ਮੀਨ 10 ਪੈਸੇ ਤੇ ਮੁਕੇਸ਼ ਅੰਬਾਨੀ ਨੂੰ ਵੇਚਤੀ। ਅੱਜ ਉਹ ਸਾਰੇ ਪੰਪਾਂ ਦੀ ਜ਼ਮੀਨ, ਜਿਹੜੇ 90% ਪੰਪਾਂ ਦੀਆਂ ਜ਼ਮੀਨਾਂ ਲੋਕ ਵੇਚ ਕੇ ਮੁਕੇਸ਼ ਅੰਬਾਨੀ ਨੂੰ, ਹੁਣ ਉਹ ਏਕੜਾਂ ਵਿੱਚ ਨੇ। ਉਹੀ ਜ਼ਮੀਨਾਂ ਸ਼ਹਿਰਾਂ ਤੋਂ ਬਾਹਰ ਖਰੀਦੀਆਂ ਸੀ, ਅੱਜ ਉਹ ਜ਼ਮੀਨਾਂ ਸ਼ਹਿਰਾਂ ਦੇ ਅੰਦਰ ਆ ਗਈਆਂ ਨੇ। ਹੁਣ ਉੱਥੇ ਵੱਡੇ ਹਾਈਪਰ ਮਾਲ ਬਣ ਗਏ, ਉੱਥੇ ਉਹਨੇ ਸਾਰਾ ਕੁਝ ਵੇਚੂਗਾ। ਸੋ ਇਹ ਜਿਹੜੀ ਰਿਟੇਲ ਚੇਨ ਦੇ ਉੱਤੇ ਜਿਹੜੀ ਇਹਨੇ ਕਬਜ਼ਾ ਕੀਤਾ ਹੁਣ ਪਿੱਛੇ, ਜਿਹਦੇ ਕਰਕੇ ਐਮਾਜ਼ੋਨ ਤੇ ਇਹਦੀ ਲੜਾਈ ਚੱਲ ਰਹੀ ਆ। ਐਮਾਜ਼ੋਨ ਦਾ ਵਿਰੋਧ ਕਰ ਰਹੀ ਆ ਭਾਰਤ ਸਰਕਾਰ, ਅਦਾਲਤਾਂ ਨੇ ਐਮਾਜ਼ੋਨ ਨੂੰ ਫਟਕਾਰਿਆ, ਮੁਕੇਸ਼ ਅੰਬਾਨੀ ਦੀ ਸਪੋਰਟ ਕਰ ਰਹੀਆਂ ਨੇ। ਸਾਫ਼ ਪਤਾ ਹੈ ਕਿ ਅਦਾਲਤਾਂ ਸਰਕਾਰ ਦੇ ਕਹੇ ਉੱਪਰ ਕੰਮ ਚੱਲ ਰਹੀਆਂ ਨੇ। ਜੇ ਇਹੋ ਜਿਹਾ ਨਾ ਹੁੰਦਾ ਤਾਂ ਜਿਹੜੇ ਭੋਲੇ ਦਾ ਕੇਸ ਖੁੱਲਦਾ ਉਹ ਜੱਜ ਪਰਾਂ ਭੱਜ ਗਿਆ, ਛੁੱਟੀਆਂ ਲੈ ਕੇ ਨਾਨਕੇ ਜਾ ਵੜਿਆ। ਮੈਂ ਤਾਂ ਕਹੂੰਗਾ ਕਿਹੜਾ ਕਹਿੰਦਾ ਮੇਰੇ ਤੇ ਕੇਸ ਕਰੇ, ਮਾਨਯੋਗ ਅਦਾਲਤ ਦੇ ਜੇ ਉਹ ਲਿਆ ਸੀ ਸੂਮੋਟੋ ਤੇ ਉਹਦੇ ਤੇ ਫੈਸਲਾ ਲੈਣਾ ਚਾਹੀਦਾ ਸੀ। ਜੇ ਉਹ ਜੱਜ ਭੱਜਿਆ ਤਾਂ 100% ਜਾਂ ਤਾਂ ਉਹ ਪੋਲੀਟੀਕਲ ਪ੍ਰੈਸ਼ਰ ਤੋਂ ਡਰਿਆ, ਜਾਂ ਉਹਨੇ ਪੈਸੇ ਲਏ ਨੇ, ਜਾਂ ਉਹਨੂੰ ਪ੍ਰਮੋਸ਼ਨ ਦਾ ਹਿੱਸਾ ਦਿੱਤਾ ਗਿਆ। ਕੁਛ ਨਾ ਕੁਛ ਤਾਂ ਹੈਗਾ, ਕਿਉਂਕਿ ਪੋਲੀਟੀਕਲੀ ਅਸੀਂ ਦੇਖਦਾ ਆਇਆ ਜੱਜ ਵੀ ਦਮੜਿਆਂ ਪਿੱਛੇ ਵਿਕ ਰਹੇ ਨੇ। ਜੇ ਜੱਜ ਦਮੜਿਆਂ ਪਿੱਛੇ ਵਿਕਣ ਜੋਗਾ ਨਾ ਹੁੰਦਾ ਤਾਂ ਇਹ ਜੱਜ ਵੀ ਉਵੇਂ ਫੈਸਲਾ ਲੈਂਦਾ ਜਿਵੇਂ ਸਿਰਸੇ ਵਾਲੇ ਬਾਬੇ ਦੇ ਖਿਲਾਫ ਜੱਜ ਨੇ ਹਾਈ ਕੋਰਟ ਦੇ ਵਿੱਚ ਬੈਠ ਕੇ ਫੈਸਲਾ ਲਿਆ ਸੀ। ਉਹ ਵੀ ਜੱਜ ਹੈਗੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਜੁਡੀਸ਼ਰੀ ਮਰ ਗਈ ਆ, ਪਰ ਜਿਹੜੇ ਮਰ ਗਏ ਨੇ ਉਹ ਸਾਡੇ ਸਾਹਮਣੇ ਨੇ ਸੁਖਵਿੰਦਰ ਜੀ। ਬਿਲਕੁਲ ਬਿਲਕੁਲ। ਸਮਝ ਸਾਹਿਬ, ਅਸੀਂ ਆਪਣੇ ਉਸੇ ਮੁੱਦੇ ਤੇ ਕਿ ਪੰਜਾਬ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਿੰਨਾ ਕੁ ਜ਼ਰੂਰੀ ਹੈ, ਇਹ ਵੀ ਸਵਾਲ ਇੱਕ ਅਹਿਮ ਹੋ ਜਾਂਦਾ ਜਦੋਂ ਅਸੀਂ ਅੰਬਾਨੀਆਂ ਅਡਾਨੀਆਂ ਦੀ ਗੱਲ ਦੇਖਦੇ ਹਾਂ ਕਿ ਜੇ ਉਹ ਜਾਂਦੇ ਨੇ ਤਾਂ ਵਪਾਰ ਜਿਹੜਾ ਉਹ ਕਿਤੇ ਨਾ ਕਿਤੇ ਜਿਹੜੇ ਉਹ ਪੰਜਾਬ ਦੇ ਵਿੱਚ ਹੋਰ ਪੈਰ ਨਹੀਂ ਪਸਾਰੇਗਾ, ਹੋਰ ਵਪਾਰੀ ਨਹੀਂ ਆਉਣਗੇ। ਜੇ ਆਹੀ ਹਾਲ ਪੰਜਾਬ ਦੇ ਵਿੱਚ ਰਿਹਾ, ਬੇਰੁਜ਼ਗਾਰੀ ਹੋਰ ਵਧੇਗੀ। ਜਿਨ੍ਹਾਂ ਨੂੰ ਮਾੜੇ ਮੋਟਿਆਂ ਨੂੰ ਰੁਜ਼ਗਾਰ ਕੋਈ 400-500 1000 2000 ਨੂੰ ਮਿਲਿਆ ਹੋਣਾ, ਉਹ ਵੀ ਕਹਿੰਦੇ ਘਰਾਂ ਦੇ ਵਿੱਚ ਵਿਹਲੇ ਹੋ ਕੇ ਬਿਠਾ ਦੇ। ਦੇਖੋ 400 ਬੰਦਾ ਵਿਹਲਾ ਹੋਇਆ ਜੀ, ਕੋਈ ਬਹੁਤ ਜ਼ਿਆਦਾ ਨਹੀਂ ਗੱਲ ਹੋਈ ਵੀ ਉਹਦੇ ਤੇ ਪੰਜਾਬ ਦੀ ਬੇਰੁਜ਼ਗਾਰੀ ਦਰ ਘਟ ਜਾਊਗੀ ਜਾਂ ਵੱਧ ਜਾਊਗੀ। ਗੱਲ ਇਹ ਆ ਕਿ ਕਾਰਪੋਰੇਟ ਸਾਨੂੰ ਚਾਹੀਦੇ, ਨੋ ਡਾਊਟ ਕਾਰਪੋਰੇਟ ਚਾਹੀਦੇ ਨੇ, ਪਰ ਕਾਰਪੋਰੇਟ ਦੀ ਮੋਨੋਪੋਲੀ ਕਦੇ ਨਹੀਂ ਹੋਣ ਦੇਣੀ। ਇਹ ਸਰਕਾਰਾਂ ਨੇ ਸੁਨਿਸ਼ਚਿਤ ਕਰਨਾ ਹੁੰਦਾ। ਜਦੋਂ ਕਿ ਸਾਡੀਆਂ ਸਰਕਾਰਾਂ ਕਾਰਪੋਰੇਟਾਂ ਦੀਆਂ ਮੋਨੋਪੋਲੀਆਂ ਕਰਾਉਣ ਵਿੱਚ ਉਹਨਾਂ ਦੀ ਸਹਾਈ ਹੋ ਰਹੀ ਆ। ਅਮਰੀਕਾ ਦੇ ਵਿੱਚ ਕਾਰਪੋਰੇਟ ਚੱਲ ਰਹੇ ਨੇ। ਤੁਸੀਂ ਇੱਕ ਵੀ ਮਾੜੀ ਚੀਜ਼ ਮਾਰਕੀਟ 'ਚ ਆ ਜਾਏ, ਸਰਕਾਰ ਜੁਰਮਾਨੇ ਕਰ ਦਿੰਦੀ ਆ। ਲੋਕਡਾਊਨ ਵੇਲੇ ਵੀ ਦੇਖਿਆ ਆਪਾਂ ਕਿੱਡਾ ਕੁਝ ਹੋਇਆ ਹੈਗਾ। ਸਰਕਾਰਾਂ ਨੇ ਚਾਹੇ ਅਮਰੀਕਾ ਦੇ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲੈ ਆਈ ਆ, ਚਾਹੇ ਉੱਥੋਂ ਦੇ ਕਿਸਾਨਾਂ ਦਾ ਖਤਮ ਕਰ ਦਿੱਤਾ ਗਿਆ, ਪਰ ਉਹਨਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਜਿਹੜੇ ਕਾਰਪੋਰੇਟ ਲੋਕਾਂ ਨੂੰ ਮਿਨੀਮਮ ਵੇਜਸ ਨੇ ਉਹ ਮਿਲਣ। WTO ਉੱਥੇ ਚੱਲਦਾ, WTO ਵੇਜ ਹੁੰਦਾ ਹੈਗਾ, ਸਰਕਾਰ ਨਾਲ ਜੁੜੇ ਹੋਏ ਨੇ, ਹਰ ਸਹੂਲਤ ਮਿਲਦੀ ਆ ਉਹਨਾਂ ਨੂੰ। ਇੱਕ 99 ਆ, ਇੱਕ WTO ਹੁੰਦਾ। 99 ਵਿੱਚ ਅੱਧ ਪਚੱਧ ਹੁੰਦਾ, ਉਹ ਪੂਰੇ ਰਜਿਸਟਰ। WTO ਜਿਹਦੇ ਕੋਲ ਲੇਬਰ ਹੈਗੀ ਆ ਉਸ ਨੂੰ ਸਰਕਾਰ, ਜਿਹੜੇ ਕਹਿੰਦੇ ਆਪਾਂ ਅਮਰੀਕਾ ਸਰਕਾਰ ਨੇ ਪੈਸੇ ਦਿੱਤੇ ਨੇ ਲਾਕਡਾਊਨ ਵਿੱਚ, ਉਹ ਉਹਨਾਂ ਨੂੰ ਮਿਲੀ ਆ ਜਿਹੜੇ ਕੰਪਨੀਆਂ WT ਲੇਬਰ ਰੱਖਦੀ ਆ, W2 EMPLOYE ਰੱਖਦੀ ਆ। W2 ਉਹ ਉੱਥੋਂ ਦਾ ਇੱਕ ਕਾਨੂੰਨੀ ਨੁਕਤਾ ਹੈਗਾ। ਸਾਡੇ ਵਾਲੇ ਜਿਹੜੇ ਵਪਾਰੀ ਬੰਦੇ ਰੱਖਦੇ ਨੇ, ਨਾ ਤਾਂ ਰੁਜ਼ਗਾਰ EMPLOYE ਡਿਪਾਰਟਮੈਂਟ ਨੂੰ ਪਤਾ ਹੁੰਦਾ, ਨਾ ਪੰਚਾਇਤਾਂ ਨੂੰ ਪਤਾ ਹੁੰਦਾ। ਪ੍ਰਵਾਸੀ ਲਿਆਉਂਦੇ ਨੇ ਪੰਜਾਬ ਦੇ ਵਿੱਚ, ਫੈਕਟਰੀ ਲੱਗਣੀ ਆ, ਮਜ਼ਦੂਰ ਸਾਰੇ ਬਿਹਾਰੀ ਭਰਾ ਲੱਗੇ ਹੋਏ ਨੇ, ਰਾਜਸਥਾਨੀ ਬਾਈ ਲੱਗੇ ਹੋਏ ਨੇ। ਜਿਹੜੇ ਮਿੱਟੀ 'ਚ ਲਾਈ ਗਈ ਆ, ਜਿੱਥੇ ਦੇਣੀ ਆ ਉੱਥੇ ਕੁਝ ਵੀ ਨਹੀਂ ਹੈਗਾ। ਅੱਜ ਸੁਖਬੀਰ ਬਾਦਲ ਆਪਣਾ ਅਨਾਉਂਸ ਕਰ ਰਿਹਾ ਜੀ, ਅਸੀਂ 75% ਪੰਜਾਬੀ ਲੋਕਾਂ ਨੂੰ ਸੁਨਿਸ਼ਚਿਤ ਕਰਾਂਗੇ ਵੀ ਨੌਕਰੀਆਂ ਮਿਲਣ। ਤੇ ਪਹਿਲਾਂ 10 ਸਾਲ ਤੁਸੀਂ ਕੀ ਕਰਦੇ ਰਹੇ? ਉਦੋਂ ਸੁੱਕੇ ਬੜੇ ਹੀ ਮਤਲਬ ਫਰਾਈ ਕਰਦੇ ਰਹੇ, ਉਦੋਂ ਤਾਂ ਤੁਸੀਂ ਲੋਕਾਂ ਨੂੰ ਮਰਵਾਤਾ। ਹੁਣ ਤਾਂ ਪ੍ਰਵਾਸੀ ਇੱਥੇ ਬੈਠ ਕੇ ਆਪਣੇ ਪੱਕੇ ਘਰ ਪਾਈ ਬੈਠੇ ਨੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਇੱਥੇ ਪਣਪ ਰਹੀਆਂ ਨੇ। ਅੱਜ ਜੇ ਪ੍ਰਵਾਸੀ ਨੇ ਆਪਣੀ ਕੁੜੀ ਦਾ ਮੁੰਡੇ ਦਾ ਵਿਆਹ ਕਰਨਾ ਹੁੰਦਾ ਤਾਂ ਉਹ ਬਿਹਾਰ ਯੂਪੀ ਨਹੀਂ ਜਾਂਦਾ, ਉਹਨਾਂ ਦੇ ਮੈਰਿਜ ਪੈਲੇਸ ਵੀ ਇੱਥੇ ਹੀ ਬੁੱਕ ਹੁੰਦੇ ਨੇ, ਸਾਰੀਆਂ ਰਿਸ਼ਤੇਦਾਰੀਆਂ ਇੱਥੇ ਨੇ। ਮਤਲਬ ਕਿ ਇੱਕ ਸਾਡਾ ਪ੍ਰਵਾਸੀਆਂ ਦਾ ਸਮਾਜ ਵੀ ਇੱਥੇ ਸਾਡੇ ਪੈਰਲਲ ਕੰਮ ਕਰ ਰਿਹਾ। ਹਾਲਾਂਕਿ ਉਹ ਇੱਕ ਕੰਮ ਵਿੱਚ ਬਹੁਤ ਸਹਾਈ ਹੋਇਆ, ਉਹਨਾਂ ਨੇ ਜਿੰਨੀ ਪੰਜਾਬੀ ਲੈਂਗੁਏਜ ਸਾਡੀ ਮਾਂ ਬੋਲੀ ਨੂੰ ਜਿਸ ਤਰੀਕੇ ਨਾਲ ਅਪਣਾਇਆ, ਉਹਨਾਂ ਵਧੀਆ ਅਸੀਂ ਵੀ ਨਹੀਂ ਅਪਣਾ ਸਕੇ। ਪਰ ਉਹਦੇ ਨਾਲ ਪੰਜਾਬ ਦੀ ਜਿਹੜੀ ਬੇਰੁਜ਼ਗਾਰੀ ਦੀ ਦਰ ਹੈਗੀ ਆ ਉਹ ਬਹੁਤ ਉੱਤੇ ਗਈ ਆ, ਔਰ ਮਾਈਗ੍ਰੇਸ਼ਨ ਦਾ ਉਹ ਬਹੁਤ ਵੱਡਾ ਕਾਰਨ ਹੈ। ਕਿਉਂਕਿ ਸਰਕਾਰਾਂ ਮਿਨੀਮਮ ਵੇਜਸ ਦਿਵਾਉਣ ਵਿੱਚ ਫੇਲ ਹੋਈਆਂ ਨੇ, ਬਧੂਆ ਮਜ਼ਦੂਰੀ ਨੂੰ ਖਤਮ ਕਰਨ ਵਿੱਚ ਫੇਲ ਹੋਈਆਂ ਨੇ। ਸੋ ਕਾਰਪੋਰੇਟ ਦੀ ਸਾਨੂੰ ਲੋੜ ਹੈਗੀ ਆ। ਜਿਹੜੇ ਸੈਮੀ ਕਾਰਪੋਰੇਟ ਨੇ ਜਾਂ ਛੋਟੇ ਘਰਾਣੇ ਨੇ, ਉਹਨਾਂ ਨੂੰ ਸਟਰੋਂਗ ਕਰਨ ਦੇ ਵਿੱਚ ਸਰਕਾਰਾਂ ਫੇਲ ਹੋਈਆਂ ਨੇ। ਜਿਹੜੇ ਛੋਟੇ ਛੋਟੇ ਕਾਰਖਾਨੇਦਾਰ ਹੁਣੇ ਲਾਕਡਾਊਨ ਦੇ ਵਿੱਚ ਮਾਰੇ ਗਏ ਨੇ, ਜੇ ਸਰਕਾਰਾਂ ਨੇ ਉਹਨਾਂ ਨੂੰ ਲੋਨ ਦਿੱਤੇ ਹੁੰਦੇ, ਤੁਸੀਂ ਆਪਣੇ ਰੁਜ਼ਗਾਰ ਜਾਰੀ ਰੱਖੋ, ਤੁਸੀਂ ਆ 40 ਸਾਲ ਦੇ 50 ਸਾਲ ਦੇ ਲੋਨ ਲੈ ਲਓ, ਅਸੀਂ ਤੁਹਾਡੇ ਤੋਂ ਵਾਪਸ ਲੈ ਲਾਂਗੇ, ਸਰਕਾਰ ਦਾ ਪੈਸਾ ਸੀ,
ਲੋਨ ਦਿੱਤਾ, ਬੰਦੇ ਨੂੰ ਖੁੱਲਾ ਲੋਨ ਦੇ ਦਿਓ, ਮੋੜੂਗਾ। ਜਿਹੜਾ ਬੰਦੇ ਦੇ ਤੁਸੀਂ ਮਾੜੇ ਸਮੇਂ ਤੇ ਮਦਦ ਕਰਦੇ ਹੋ ਨਾ, ਤੁਹਾਡੇ ਤੋਂ ਕਦੇ ਵੀ ਬੇਈਮਾਨੀ ਨਹੀਂ ਕਰਦਾ। ਨਾਲੇ ਤਾਂ ਲੋਕਾਂ ਦਾ ਰੁਜ਼ਗਾਰ ਚੱਲਦਾ ਰਹਿੰਦਾ, ਨਾਲੇ ਫੈਕਟਰੀਆਂ ਚੱਲਦੀਆਂ ਰਹਿੰਦੀਆਂ, ਨਾਲੇ ਇਕਨੋਮਿਕ ਸਾਈਕਲ ਚੱਲਦਾ ਰਹਿੰਦਾ। ਅੱਜ ਜੋ ਹਿੰਦੁਸਤਾਨ ਦਾ ਬੇੜਾ ਗਰਕ ਹੋਇਆ, ਅੱਜ ਜਿਹੜਾ ਉਹ 30% ਅਸੀਂ ਸਾਰੇ ਪਾਸਿਓਂ ਗਰੋਥ ਵਿੱਚੋਂ GDP ਚੋਂ ਥੱਲੇ ਡਿੱਗੇ, ਅਸੀਂ ਕਦੇ ਨਾ ਡਿੱਗਦੇ। ਉਹਦੇ ਵਿੱਚ ਪੰਜਾਬ ਸਰਕਾਰ ਦੀਆਂ ਪਾਲਿਸੀਜ਼ ਵੀ ਉਨੀਆਂ ਹੀ ਭਾਈਵਾਲ ਨੇ, ਕਿਉਂਕਿ ਪੰਜਾਬ ਸਰਕਾਰ ਨੇ ਵੀ ਫੈਸਲੇ ਅੰਬਾਨੀਆਂ ਦੇ, ਅਡਾਨੀਆਂ ਦੇ, ਟਾਟਿਆਂ ਦੇ, ਬਿਰਲਿਆਂ ਦੇ, ਇਹਨਾਂ ਦੇ ਹਿਸਾਬ ਨਾਲ ਹੀ ਲਏ ਨੇ, ਹੋਰ ਕਿਸੇ ਦੇ ਹਿਸਾਬ ਨਾਲ ਨਹੀਂ ਲਏ। ਲੋਕਾਂ ਦੀ ਜੇ ਪਰਵਾਹ ਹੁੰਦੀ ਤਾਂ 10 ਪੈਸੇ ਤਾਂ ਕੰਮ ਕਰ ਲੈਂਦੇ। ਅੱਜ ਤਾਂ ਪੰਜਾਬ ਦੇ ਵਿੱਚ ਸੜਕਾਂ ਨਹੀਂ ਬਣ ਰਹੀਆਂ, ਟਾਈਲਾਂ ਲੱਗ ਰਹੀਆਂ ਨੇ। ਉਹ ਟਾਈਲਾਂ ਬਾਰ-ਬਾਰ ਲੈਬੋਰਟਰੀਆਂ ਵਿੱਚ ਜਾ ਕੇ ਜਿਹੜਾ ਮਿਨੀਮਮ ਭਾਰ ਹੁੰਦਾ ਉਹਨਾਂ ਦਾ ਟੈਸਟ ਹੁੰਦਾ ਵੀ 6 ਟਨ ਚੱਕੇ ਸਮਾਨ, ਨਹੀਂ, ਉਹ ਤਾਂ ਫੇਲ ਹੋ ਰਹੀਆਂ ਨੇ, ਪਰ ਉਹ ਟਾਈਲਾਂ ਲੱਗ ਰਹੀਆਂ ਨੇ। ਅੱਗੇ ਅਕਾਲੀਆਂ ਨੇ ਮਾਈਨਿੰਗ ਦੇ ਵਿੱਚ ਆਪਣੀ ਭਾਈਵਾਲੀ ਕਰ ਲਈ ਸੀ, ਕਾਂਗਰਸੀਆਂ ਦੀਆਂ ਟਾਈਲਾਂ ਵਾਲੀਆਂ ਕੰਪਨੀਆਂ 'ਚ ਭਾਈਵਾਲੀ ਆ। ਸੋ ਰੁਪਈਆ ਇੱਧਰੋਂ ਨੇ ਖਾਧਾ, ਇੱਧਰੋਂ ਖਾ ਲਿਆ। ਲੋਕਾਂ ਦੀ ਕਿਸੇ ਨੇ ਨਾ ਸੁਣੀ, ਲੋਕਾਂ ਬਾਰੇ ਕਿਸੇ ਨੇ ਨਾ ਸੋਚਿਆ। ਜੇ ਪ੍ਰੋਪਰ ਕਾਂਗਰਸ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੁੰਦੀ ਤਾਂ ਹੁਣ ਨੂੰ ਪਲਾਨ ਲੈ ਆਉਂਦੇ। ਇਹ ਖੱਟੜ ਨਾਲ ਟਵਿੱਟਰ ਦੀ ਵਾਰ ਨਾਲ ਲੜ ਰਿਹਾ ਹੁੰਦਾ, ਰਵੀਨ ਠਕਰਾਲ ਜਿਹੜਾ ਟਵਿੱਟਰ ਤੇ ਲੜ ਰਿਹਾ, ਅਸੀਂ ਜੀ 2500 ਰੁਪਇਆ ਪਰ ਏਕੜ ਦਿੰਦੇ ਆ ਸਟੇਬਲ ਬਰਨਿੰਗ ਲਈ, ਸਟੇਬਲ ਸਾਂਭਣ ਲਈ। ਕਿੱਥੇ ਦਿੰਦੇ ਹੋ? ਅੱਜ ਵੀ ਕਿਸਾਨ ਅੱਗ ਲਾਉਣ ਲਈ ਮਜਬੂਰ ਆ। ਕਿਉਂ ਮਜਬੂਰ ਆ? ਕਿਉਂਕਿ ਤੁਸੀਂ ਕੋਈ ਪਾਲਿਸੀ ਨਹੀਂ ਲੈ ਕੇ ਆਏ। ਤੁਸੀਂ ਇਸ ਤਰ੍ਹਾਂ ਦੀ ਕਾਰਪੋਰੇਟ, ਤੁਹਾਡਾ ਅਡਾਨੀ ਇਸ ਕੰਮ ਨੂੰ ਤਾਂ ਮੰਨਿਆ ਨਹੀਂ ਹੈਗਾ। ਉਹ ਭਲਿਓ ਮਾਨਸੋ, ਜੇ ਉਹਦੇ ਨੂੰ ਤੁਸੀਂ ਦੇ ਹੀ ਰਹੇ ਹੋ, ਲੋਕਾਂ ਦਾ ਖੂਨ ਪਿਆ ਹੀ ਰਹੇ ਹੋ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਕਰ ਲਓ ਕਿ ਅਡਾਨੀ ਸਾਹਿਬ, ਆ ਜਿਹੜਾ ਸਟਬਲ ਬਚੂਗਾ ਜੀਰੀ ਤੋਂ ਬਾਅਦ, ਕਣਕ ਤੋਂ ਬਾਅਦ, ਇਹ ਵੀ ਪੂਰੇ ਪੰਜਾਬ ਦਾ ਤੁਸੀਂ ਚੱਕ ਕੇ ਲਾਉਣਾ ਹੈਗਾ। ਇਹਨੂੰ ਸੋਲਰ ਚਲਾਓ, ਇਹਨੂੰ ਥਰਮਲ ਚਲਾਓ, ਘੱਟੋ ਘੱਟ ਤੁਸੀਂ ਫਾਇਦਾ, ਉਹ ਕੁਛ ਤਾਂ ਫਾਇਦਾ ਕਰ ਦੋ। ਅਡਾਨੀਆਂ ਨੇ ਜਿੰਨੇ ਟੈਕਸ ਤੋੜਨੇ ਸੀ, ਜਿੰਨੇ ਪੋਲਿਊਸ਼ਨ ਰੂਲ ਤੋੜਨੇ ਸੀ, ਜਿੰਨੇ ਲੋਕਾਂ ਦੇ ਹੱਕ ਮਾਰਨੇ ਸੀ, ਅਡਾਨੀ ਸਭ ਤੋਂ ਅੱਗੇ ਨੇ ਇਸ ਵੇਲੇ ਹਿੰਦੁਸਤਾਨ ਦੇ ਵਿੱਚ। ਅੰਬਾਨੀ ਉਹਨਾਂ ਦੇ ਨਾਲ ਨੇ। ਟਾਟਿਆਂ ਦਾ ਸਰਕਾਰ ਨਾਲ ਰੌਲਾ ਜੀ ਆ ਕਿ ਈ-ਕਮਰਸ ਦਾ ਜਿਹੜੀ ਪਾਲਿਸੀ ਹੈਗੀ ਆ ਉਹਨੂੰ ਵਾਪਸ ਲਾਓ, ਨਹੀਂ ਸਾਡੀ ਜਿਹੜੀ ਭਾਈਵਾਲੀ ਆ ਸਟਾਰਬਕਸ ਦੇ ਨਾਲ ਉਹ ਟੁੱਟਦੀ ਆ, ਸਾਡੀ ਜਿਹੜੀ ਹੋਰ ਵਿਦੇਸ਼ੀ ਕੰਪਨੀ ਨਾਲ ਭਾਈਵਾਲੀ ਆ ਉਹ ਟੁੱਟਦੀ ਆ। ਮਤਲਬ ਕੰਪਨੀਆਂ ਇੱਕ ਸਰਕਾਰ ਨੂੰ ਚੈਲੰਜ ਕਰ ਰਹੀ ਹੈ ਕਿ ਸਾਡਾ ਨੁਕਸਾਨ ਹੋ ਰਿਹਾ, ਤੁਸੀਂ ਇਹ ਕੰਮ ਨਾ ਕਰੋ। ਇੱਕ ਕੰਪਨੀ ਦੇ ਨੁਕਸਾਨ ਦੇ ਉੱਪਰ ਕਿੱਡਾ ਵੱਡਾ ਮੀਡੀਆ ਵਿੱਚ ਹਾਹਾਕਾਰ ਮਚ ਗਈ। ਹਾਲਾਂਕਿ ਸਾਨੂੰ ਪਤਾ, ਜਦੋਂ ਟਾਟਾ ਨੇ ਸਰਕਾਰ ਨੂੰ ਪ੍ਰੋਪਰ ਰੌਲਾ ਪਾਇਆ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ, ਉਦੋਂ ਵਿਚੋਲਗੀ ਇੱਕ ਮੈਡਮ ਵਿੱਚ ਆਈ ਸੀ ਜਿਹੜੀ ਸ਼ਸ਼ੀ ਥਰੂਰ ਦੀ ਤੀਸਰੀ ਘਰਵਾਲੀ ਸੀ, ਉਹ ਬਾਅਦ ਵਿੱਚ ਸੁਸਾਈਡ ਕਰ ਗਈ ਸੀ। ਉਹ ਟਾਟਾ ਦੀ PRO ਸੀ, ਜਿਹੜੇ ਵੱਡੇ ਵੱਡੇ ਮੰਤਰੀਆਂ ਨਾਲ ਉਹਨਾਂ ਦੀਆਂ ਮੀਟਿੰਗਾਂ ਕਰਵਾਉਂਦੀਆਂ ਸੀ ਤੇ ਮਸੌਦੇ ਕਰਾਉਂਦੀਆਂ ਸੀ। ਸੋ ਇਹ ਹਮਾਮ ਵਿੱਚ ਸਾਰੇ ਨੰਗੇ ਨੇ। ਸੁਖਵਿੰਦਰ ਜੀ, ਕੀ ਮੈਂ ਤੋਂ ਪੁੱਛੋਗੇ, ਤੁਸੀਂ ਜੋ ਕਹੋਗੇ ਮੈਂ ਦੱਸ ਦੂੰਗਾ। ਪਰ ਗੱਲ ਇਹ ਆ ਕਿ ਕਿਸਾਨਾਂ ਨੂੰ, ਜਿਹੜੀ ਅਸੀਂ ਵਾਰ-ਵਾਰ ਕਹਿੰਦੇ ਆ ਨਾ ਕਿ ਜਦੋਂ ਤੱਕ ਹਕੂਮਤਾਂ ਨੂੰ ਆਪਣੇ ਹੱਕ ਵਿੱਚ, ਹੱਥਾਂ ਵਿੱਚ ਨਹੀਂ ਲੈਣਗੇ, ਇਹ ਐਂ ਚੱਲੀ ਜਾਊਗਾ। ਤੁਸੀਂ ਬਿੱਲੀ ਦੇ ਗਲ 'ਚ ਜਿੰਨੀ ਮਰਜ਼ੀ ਰੱਸੀ ਪਾ ਲਓ, ਪਰ ਜਦੋਂ ਵੀ ਉਹਨੂੰ ਮੌਕਾ ਮਿਲੂਗੀ ਉਹ ਦੁੱਧ ਪੀਊਗੀ। ਤੁਸੀਂ ਕੁੱਤੇ ਦੇ ਗਲ 'ਚ ਜਿੰਨੀ ਮਰਜ਼ੀ ਵੱਡੀ ਰੱਸੀ ਪਾ ਲਓ, ਪਰ ਜਦੋਂ ਚੋਰ ਉਹਨੂੰ ਹੱਡੀ ਪਾਊਗਾ ਤਾਂ ਕੁੱਤੇ ਨੇ ਹੱਡੀ ਮੂੰਹ 'ਚ ਪਾਉਣੀ ਆ। ਸਾਨੂੰ ਰਾਜ ਬੱਬਰ ਸ਼ੇਰਾਂ ਦਾ ਚਾਹੀਦਾ, ਕੁੱਤਿਆਂ ਦਾ, ਬਿੱਲੀਆਂ ਦਾ ਨਹੀਂ ਚਾਹੀਦਾ। ਬੱਬਰ ਸ਼ੇਰ ਖੁਦ ਲੋਕ ਨੇ, ਕਿਸਾਨ ਨੇ। ਕਿਸਾਨਾਂ ਨੂੰ ਕਮਾਨ ਹੱਥ 'ਚ ਲੈਣੀ ਪਊਗੀ। ਹਲੇ ਵੀ ਕੁਝ ਨਹੀਂ ਵਿਗੜਿਆ। ਮੈਂ ਵਾਰ-ਵਾਰ ਕਹਿਣਾ, ਕਿਸਾਨ ਘੱਟੋ ਘੱਟ, ਜੇ ਕਿਸਾਨਾਂ ਨੇ ਉਹਦੇ ਵਿੱਚ ਨਹੀਂ ਆਉਣਾ ਸਿਆਸਤ ਵਿੱਚ, ਤਾਂ ਲੋਕਾਂ ਨੂੰ ਘੱਟੋ ਘੱਟ ਆਜ਼ਾਦ ਉਮੀਦਵਾਰ ਤਾਂ ਦੇ ਸਕਦੇ ਨੇ। 117 ਕਿ ਇਹਨਾਂ ਨੂੰ ਇਹ ਉਮੀਦਵਾਰ ਨੇ ਜੀ, 117 ਸਾਡੀ ਕੋਈ ਪਾਰਟੀ ਨਹੀਂ, ਪਰ ਇਹ ਆਜ਼ਾਦ ਉਮੀਦਵਾਰ ਨੇ, ਇਹਨਾਂ ਨੂੰ ਚੁਣ ਲਓ। ਘੱਟੋ ਘੱਟ 34 ਜਿਹੜੀਆਂ ਸੰਸਥਾਵਾਂ ਹੈਗੀਆਂ ਕਿਸਾਨਾਂ ਦੀਆਂ, ਉਹ ਇੰਨੀਆਂ ਜੋਗੀਆਂ ਵੀ ਨਹੀਂ ਹੈਗੀਆਂ ਵੀ 3-3 4-4 ਬੰਦੇ ਨਹੀਂ ਦੇ ਸਕਦੀਆਂ ਆਪਣੇ ਵੱਲੋਂ, ਜੋ ਜਿਨ੍ਹਾਂ ਨੂੰ ਲੋਕ ਚੱਕ ਕੇ ਅੱਗੇ ਲਿਆ ਸਕਣ। ਤੇ ਜੇ ਆਜ਼ਾਦ ਉਮੀਦਵਾਰਾਂ ਦੀ ਕੋਲੈਬੋਰੇਟਡ ਇੱਕ ਸਰਕਾਰ ਬਣ ਜੂਗੀ, ਸਿੱਧੇ ਤੌਰ ਤੇ ਅੰਦੋਲਨਕਾਰੀ ਨਾ ਆਉਣ, ਸਿੱਧੇ ਤੌਰ ਤੇ ਤਾਂ ਆ ਸਕਦੇ ਨੇ। ਔਰ ਆਜ਼ਾਦ ਉਮੀਦਵਾਰ ਆਉਣਗੇ, ਚੋਣਾਂ ਵਿੱਚ ਕਰਪਸ਼ਨ ਨਹੀਂ ਹੋਏਗੀ, ਦਾਰੂ ਨਹੀਂ ਚੱਲੇਗੀ, ਨਸ਼ੇ ਨਹੀਂ ਚੱਲਣਗੇ, ਨੋਟ ਨਹੀਂ ਚੱਲੇਗੀ। ਜਿਹੜਾ ਉਮੀਦਵਾਰ ਬਿਨਾਂ ਪੈਸੇ ਲਾਏ ਆ ਕੇ MLA ਦੀ ਕੁਰਸੀ ਤੇ ਬੈਠੂਗਾ, ਉਹਨੂੰ ਇਹ ਨਹੀਂ ਹੋਏਗਾ ਕਿ ਮੈਂ ਪੈਸੇ ਇੰਨੇ ਇਨਵੈਸਟ ਕੀਤੇ ਨੇ, ਮੈਂ ਕੱਢਣੇ ਨੇ। ਨਹੀਂ, ਉਹਨੂੰ ਇਹ ਹੋਊਗਾ ਕਿ ਮੈਂ ਜ਼ਿੰਮੇਵਾਰੀ ਨਾਲ ਇੱਥੇ ਆਇਆ, ਮੈਂ ਕੰਮ ਕਰਨਾ, ਤੇ ਜੇ ਨਾ ਕੀਤਾ ਤਾਂ ਜੁੱਤੀਆਂ ਦਾ ਗਲ ਦੇ ਵਿੱਚ ਹਰ ਪੈ ਜਾਊਗਾ। ਇਹਦੇ ਉੱਤੇ ਸੋਚਣਾ ਪੈਣਾ। ਬਾਰ-ਬਾਰ ਕਹਿਣਾ ਮੈਂ, ਜਿੰਨੇ ਮੁਨੀਵਰ ਤੁਹਾਡੇ ਵੱਡੇ-ਵੱਡੇ ਸ਼ੋਆਂ ਤੇ ਆਉਂਦੇ ਆ ਨਾ, ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਕਰੋ ਕਿ ਕਿਸਾਨਾਂ ਨੂੰ, ਕਿਸਾਨ ਅੰਦੋਲਨਕਾਰੀਆਂ ਨੂੰ, ਕਿਸਾਨ ਨੇਤਾਵਾਂ ਨੂੰ ਮਤ ਦਿਓ ਕਿ ਜੇ ਸਿੱਧੇ ਚੜੂਨੀ ਸਾਹਿਬ ਵਾਂਗੂ ਸਿੱਧੇ ਨਹੀਂ ਆਉਣਾ ਸਿਆਸਤ ਵਿੱਚ, ਸਿੱਧੇ ਤੌਰ ਤੇ ਆ ਜਾਓ। ਆਜ਼ਾਦ ਉਮੀਦਵਾਰਾਂ ਨੂੰ ਲਿਆਓ, ਕਿਸੇ ਪਾਰਟੀ ਨੂੰ ਸਪੋਰਟ ਨਾ ਕਰੋ। ਜੇ ਤੁਸੀਂ ਭਾਜਪਾ ਨੂੰ ਰੋਕਦੇ ਹੋ, ਸਿਰਫ ਭਾਜਪਾ ਨੂੰ ਨਾ ਰੋਕੋ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਆਈ ਕਦੇ। ਪੰਜਾਬ ਦੇ ਵਿੱਚ ਅਕਾਲੀਆਂ ਦੀ ਤੇ ਕਾਂਗਰਸ ਦੀ ਹੀ ਸਰਕਾਰ ਆਈ ਆ।
ਤੇ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣਾ, ਔਰ ਪਿੰਡਾਂ ਵਿੱਚ ਵੜਨ ਤੋਂ ਨਹੀਂ ਸ਼ਹਿਰਾਂ ਵਿੱਚ ਵੀ ਰੋਕਣਾ ਪਊਗਾ। ਨਹੀਂ ਤਾਂ ਜੇ ਪਿੰਡਾਂ ਵਿੱਚ ਰੋਕਿਆ ਤਾਂ ਕਾਂਗਰਸ ਚੁੱਪਚਾਪ ਬੈਠੀ ਆਪਣੀ ਸਰਕਾਰ ਬਣਾ ਜੂਗੀ। ਅੰਦੋਲਨਕਾਰੀਆਂ ਨੂੰ ਚੈੱਕ ਐਂਡ ਬੈਲੈਂਸ ਕਰਨਾ ਪੈਣਾ, ਨਹੀਂ ਕੋਈ ਫਾਇਦਾ ਨਹੀਂ। ਇਹ ਕਾਰਪੋਰੇਟ ਸਾਨੂੰ ਚਾਹੀਦੇ ਨੇ ਪਰ ਮੋਨੋਪੋਲੀ ਨਹੀਂ ਹੋਣ ਦੇਣੀ। ਮੁਕਾਬਲਾ ਜ਼ਰੂਰੀ ਆ, ਲੋਕਾਂ ਦੇ ਫਾਇਦੇ ਲਈ ਮੁਕਾਬਲਾ ਜ਼ਰੂਰੀ ਆ, ਤਾਂ ਹੀ ਰੇਟ ਘਟਣਗੇ। ਜਦੋਂ ਮੋਨੋਪੋਲੀ ਹੋਊਗੀ ਰੇਟ ਉੱਤੇ ਜਾਊਗਾ। ਇਹ ਆਰਥਿਕਤਾ ਦਾ ਬਹੁਤ ਸਿੰਪਲ ਜਿਹਾ ਫਾਰਮੂਲਾ ਹੈਗਾ ਸੁਖਵਿੰਦਰ ਜੀ। ਜੀ ਸ਼ੁਕਰੀਆ ਸਮਦ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਸ਼ੁਕਰੀਆ ਯਾਦ ਕਰਨ ਲਈ, ਔਰ ਤਖਤ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਸਰਦਾਰ ਗੁਰਮਿੰਦਰ ਸਿੰਘ ਸਮਦ। ਅਡਾਨੀ, ਅੰਬਾਨੀ ਤੇ ਸਿਆਸਤ ਕਿਸ ਢੰਗ ਦੇ ਨਾਲ ਪੰਜਾਬ ਦੇ ਸਿਰ ਦੇ ਉੱਤੇ ਇਹਨਾਂ ਨੂੰ ਥੋਪਿਆ ਗਿਆ, ਜਾਂ ਪੰਜਾਬ ਦੇ ਵਿੱਚ ਮੋਨੋਪੋਲੀ ਜਿਵੇਂ ਕਹਿੰਦੇ ਨੇ ਕੀਤੀ ਗਈ, ਇਹ ਸਭ ਨੂੰ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਪਹੁੰਚਾਇਆ ਜਾਵੇ। ਪੂਰੀ ਡਿਟੇਲਡ ਜਾਣਕਾਰੀ ਤੱਥਾਂ ਦੇ ਤਹਿਤ ਜਿਹੜੀ ਉਹ ਤੁਹਾਡੇ ਤੱਕ ਪਹੁੰਚੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।